साईं नाम अमोल, साईं नाम अमोल, कीम न कोई जान दो, जिना भाग मथा है। से नानक हर रंग मान दो, बहु शास्त्र बहु सिमरती, पेखे सर्ब टडो। पूजस नाही हर हरे, नानक नाम अमोल। पूजस नाही हर हरे, नानक नाम अमोल। हमरी जिह्वा एक प्रभ हर के गुण अगम अथाह। हम क्यों कर जपह आण्या, हर तुम बड़ अगम अगाह। कह कह गावा तेरे कवण कवण गुण, कह कह गावा 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 कवण कवण गुण, कवण कवण गुण, कह कह गावा तेरे कवण कवण गुण, कह कह गावा कवण कवण गुण, कह कह गावा तेरे कवण कवण गुण, कह कह गावा तेरे कवण कवण गुण, कह कह गावा तेरे कवण कवण गुण, कह कह गावा कवण कवण गुण, कह कह गावा तेरे कवण कवण गुण, कह कह गावा तेरे कवण कवण गुण, कह कह गावा तेरे कवण कवण गुण, कह कह गावा कवण कवण गुण, कह कह गावा तेरे कवण कवण गुण, कह कह गावा कह कह गावा तेरे कवण कवण गुण, कह कह गावा
ਕਵਣ ਕਵਣ ਗੁਣ ਕਹਿ ਗਾਵਾਂ ਕਵਣ ਕਵਣ ਗੁਣ ਜੀ ਕਹਿ ਗਾਵਾਂ ਕਵਣ ਕਵਣ ਗੁਣ ਕਹਿ ਗਾਵਾਂ ਕਵਣ ਕਵਣ ਗੁਣ ਕਹਿ ਗਾਵਾਂ ਕਵਣ ਕਵਣ ਗੁਣ ਫਿਰ ਕਵਣ ਕਵਣ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂੰ ਠਾਕੁਰ ਊਚ ਭਗਵਾਨਾ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸਾਰਿਆਂ ਨੂੰ ਸਤਸੰਗ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਹਮਰੀ ਜਿਹਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ। ਸਾਡੀ ਇੱਕ ਰਸਨਾ ਹੈ ਤੇ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਜਿੰਨੇ ਧਰਤੀ ਤੇ ਦਰਖਤ ਹਨ, ਬਨਸਪਤੀ ਹੈ, ਜੇਕਰ ਉਹ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ, ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਵੇ, 7 ਸਮੁੰਦਰਾਂ ਦੀ ਸਿਆਹੀ ਬਣਾ ਲਈ ਜਾਵੇ, ਤੇ ਫਿਰ ਵੀ ਜੇ ਕੋਈ ਕਹੇ ਵੀ ਪਰਮੇਸ਼ਰ ਦਾ ਜਸ ਲਿਖਣਾ ਹੈ ਤਾਂ ਵਾਹਿਗੁਰੂ ਦੇ ਗੁਣ ਬੇਅੰਤ ਹਨ, ਲਿਖੇ ਨਹੀਂ ਜਾ ਸਕਦੇ। ਪਰਮੇਸ਼ਰ ਦੇ ਨਾਮ ਦੀ ਮਹਿਮਾ ਬੇਅੰਤ ਹੈ। ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਮਹਾਰਾਜ ਲਿਖਦੇ ਨੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਅਮੋਲ ਹੈ, ਪਰਮੇਸ਼ਰ ਦਾ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ, ਜਿਸ ਦੀ ਕੋਈ ਬਰਾਬਰਤਾ ਨਹੀਂ ਹੈ। ਸਾਰੇ ਦਾਨ ਪੁੰਨ ਤੀਰਥਾਂ ਦੇ ਇਸ਼ਨਾਨ ਵਰਤ ਨੇਮ ਸਾਰਾ ਕੁਝ ਥੱਲੇ ਰਹਿ ਜਾਂਦਾ ਹੈ। ਪਰਮੇਸ਼ਰ ਦਾ ਨਾਮ ਸਭ ਤੋਂ ਉੱਪਰ ਹੈ। ਕਲਯੁਗ ਦੇ ਵਿੱਚ ਸਭ ਤੋਂ ਵੱਡੀ ਵਡਿਆਈ ਪਰਮੇਸ਼ਰ ਦੇ ਨਾਮ ਦੀ ਹੀ ਹੈ। ਤੋ ਸਾਧ ਸੰਗਤ, ਪਰ ਸਿਮਰਨ ਪੂਰੇ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਲਿਖਦੇ ਨੇ, ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ। ਕਿਸੇ ਨੂੰ ਵੀ ਗੁਰੂ ਤੋਂ ਬਿਨਾ ਨਾ ਤਾਂ ਨਾਮ ਮਿਲਿਆ, ਨਾ ਭਗਤੀ ਦੀ ਜਾਚ ਆਈ ਹੈ। ਭਗਤੀ ਦੀ ਜਾਚ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਅੱਜ ਜਿਹੜੇ ਮਹਾਂਪੁਰਖਾਂ ਦਾ ਆਪਾਂ ਜੀਵਨ ਵਿਚਾਰਨਾ ਹੈ, ਜਿਵੇਂ ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਇੱਕ ਰਾਜਾ ਜਿਹਨੇ ਧਰਮ ਕਮਾਇਆ, ਸੱਚ ਤੇ ਖੜਿਆ, ਉਸ ਦਾ ਜੀਵਨ ਵਿਚਾਰਿਆ ਰਾਜਾ ਹਰੀ ਚੰਦ। ਅੱਜ ਵੀ ਇੱਕ ਐਸੇ ਧਰਮੀ ਧਰਮਾਰਥੀ ਰਾਜੇ ਦਾ ਜੀਵਨ ਆਪਾਂ ਵਿਚਾਰਨਾ, ਜਿਨ੍ਹਾਂ ਦਾ ਨਾਮ ਹੈ ਰਾਜਾ ਜਨਕ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਰਾਜਾ ਜਨਕ ਜੀ ਦੇ ਬਾਰੇ ਲਿਖਿਆ ਹੈ। ਵੱਡਾ ਭਗਤ ਲਿਖਿਆ ਰਾਜਾ ਜਨਕ ਜੀ ਨੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇੱਕੋ ਹੀ ਪੰਕਤੀ ਦੇ ਵਿੱਚ ਰਾਜਾ ਜਨਕ ਜੀ ਦੇ ਨਾਲ ਦੋ ਵਿਸ਼ਲੇਸ਼ਣ ਲਾਏ ਨੇ। ਇੱਕ ਤਾਂ ਭਗਤ ਕਿਹਾ, ਇੱਕ ਗੁਰਮੁਖ ਕਿਹਾ ਹੈ। ਗੁਰਮੁਖ ਹੈ ਰਾਜਾ ਜਨਕ, ਭਗਤ ਹੈ ਰਾਜਾ ਜਨਕ। ਭਗਤ ਵੀ ਛੋਟਾ ਨਹੀਂ, ਭਗਤ ਵੀ ਵੱਡਾ ਹੈ। ਪਰ ਰਾਜਾ ਜਨਕ ਜੀ ਨੂੰ ਕਿੱਥੋਂ ਗਿਆਨ ਪ੍ਰਾਪਤ ਹੋਇਆ, ਕਿੱਥੋਂ ਇਸ ਪਾਸੇ ਦੀ ਲਗਨ? ਵੈਸੇ ਤਾਂ ਇਹ ਧੁਰ ਦਰਗਾਹੋਂ ਹੀ ਮਹਾਰਾਜ ਸਾਹਿਬ ਕਹਿੰਦੇ ਨੇ, ਲਿਖਤਾਂ ਲਿਖੀਆਂ ਹੁੰਦੀਆਂ ਨੇ, ਜਿਨ ਮਸਤਕ ਧੁਰ ਹਰ ਲਿਖਿਆ।
तिन्हां सतगुर मिलिया राम राजे। उन्होंने ये दरगाहों जिन्हां दे लिखिया हुंदा है उन्होंने ये मार्ग प्राप्त हुंदा है। राजा जनक जी की कथा भी बहुत जग्यासुआं वास्ते महत्वपूर्ण है। राजा जनक जी का राज बहुत धर्मी राज है, जिहदे विच प्रजा सुखी है, किसी को कोई दुख नहीं है, तकलीफ नहीं है। राजा जनक जी बहुत धर्मी राजे हैं। एक दिन रात को सुत्या पिया परमेश्वर ने कोई ऐसी कला वरताई, राजा जनक जी को सुपना आया। सुपने दे विच राजा जनक जी की देखते हैं बई उन्हां दे राज दे विच काल पै गया, प्रजा भुखी मर रही है। राजे ने अपने भंडारे जिहड़े सरकारी हैं वो भी खोल दिते ने। वो भंडारियां नूं भी राजे ने वंड दिता लोकां दे विच। अखीर राजे नूं अपना राज भाग छड्ड के भिखारी बनना पै गया। इदां दी हालत होई, बहुत तरसयोग हालत दे विच राजा तुरिया फिरदा। हुण उस वेले साध संगत जी सुपने दे विच उस तरसयोग हालत विच राजा रोंदा है। राजा सुपने च भिखारी बनिया, रोंदा फिरे ताहां मार के। सुपना है एक परमेश्वर ने कला वरता के संसार की सच्चाई सामने लियाउणी सी राजा जनक जी दे भी जिस संसार दे नाल तू चित लाई बैठा है ये भी सुपना ही है। तो फिर सुपने दे विच वो काल दा समा, गरीबी दा समा, कंगाली दा समा दिखाल के परमेश्वर ने राजे जनक दे अंदर नूं इस तरह हलूणिया। इस तरह साध संगत जी राजे जनक दे अंदर नूं परमेश्वर ने खेड वरता के ते साध संगत जी झंझोड़ना कीता। बई राजा सुपने च भिखारी बनिया, रोंदा फिरे ताहां मार के। सुपने च भिखारी बनिया, रोंदा फिरे ताहां मार के। सुपने च भिखारी बनिया, रोंदा फिरे ताहां मार के। राजा सुपने च भिखारी बनिया, रोंदा फिरे ताहां मार के। राजा सुपने च भिखारी बनिया, रोंदा फिरे ताहां मार के। राजा सुपने च भिखारी बनिया, रोंदा फिरे ताहां मार के। रोंदा फिरदा जी ताहां मार के। रोंदा फिरदा जी ताहां मार के। ओ रोंदा फिरदा जी ताहां मार के। जी रोंदा फिरदा जी ताहां मार के। रोंदा फिरदा जी ताहां मार के। रोंदा फिरदा जी ताहां मार के। राजा सुपने च भिखारी बनिया जी, भिखारी बनिया, रोंदा फिरे ताहां मार के। सुपने च भिखारी, रोंदा फिरदा ताहां मार के। राजा सुपने च भिखारी बनिया, रोंदा फिरदा ताहां मार के। राजा सुपने च भिखारी बनिया, रोंदा फिरदा ताहां मार के। राजा सुपने च भिखारी बनिया, रोंदा फिरदा ताहां मार के। राजा सुपने च भिखारी बनिया, रोंदा फिरदा ताहां मार के। सुपने दे विच अछत राज विचरत दुख पाया। सुपने दे विच भिखारी बन गया राजा ते हुण दुखी हुंदा है। साध संगत जी राजा बहुत उस सुपने की हालत तो जागण तो बाद भी साध संगत जी परेशान है। बेशक जागण तो बाद
ਸਾਹਮਣੇ ਆ ਗਿਆ ਸੱਚਾਈ ਦਾ ਸਾਰਾ ਵੀ ਮੈਂ ਤਾਂ ਆਪਣੇ ਪਲੰਘ ਦੇ ਉੱਤੇ ਐ, ਰਾਜ ਮੇਰਾ ਬਿਲਕੁਲ ਠੀਕ ਹੈ, ਪਰਜਾ ਸੁਖੀ ਵਸਦੀ ਹੈ। ਪਰ ਹੁਣ ਜੋ ਕੁਝ ਸੁਪਨੇ ਵਿੱਚ ਵੇਖਿਆ ਸੀ ਉਹ ਇੰਨਾ ਦ੍ਰਿੜ ਹੋ ਗਿਆ ਅੰਦਰ ਵੀ ਜਦ ਵੀ ਉਹ ਸੁਪਨਾ ਚੇਤੇ ਆਉਂਦਾ ਅੰਦਰ ਕੰਬ ਜਾਂਦਾ, ਅੰਦਰ ਕੰਬ ਜਾਂਦਾ। ਹੁਣ ਉਸ ਦੁੱਖ ਤੋਂ ਸਤਾਇਆ ਹੋਇਆ ਉਸ ਭਰਮ ਦੇ ਕਰਕੇ ਹਰ ਵੇਲੇ ਰਾਜਾ ਪਰੇਸ਼ਾਨ ਰਹਿਣ ਲੱਗ ਪਿਆ। ਹੁਣ ਜੋ ਖੁੱਲੀਆਂ ਅੱਖਾਂ ਨਾਲ ਦਿਸ ਰਿਹਾ ਇਹ ਸੱਚ ਹੈ ਜਾਂ ਸੁੱਤਿਆਂ ਪਿਆਂ ਵੇਖਿਆ ਸੀ ਉਹ ਸੱਚ ਸੀ, ਇਸ ਗੱਲ ਦਾ ਹੁਣ ਪਤਾ ਨਹੀਂ ਲੱਗ ਰਿਹਾ। ਰਾਜਾ ਬਹੁਤ ਪਰੇਸ਼ਾਨ। ਰਾਜੇ ਦਾ ਇੱਕ ਵਜ਼ੀਰ ਹੈ, ਬੜਾ ਸਿਆਣਾ ਹੈ, ਉਹ ਸੋਝੀ ਵਾਲਾ ਹੈ। ਉਹ ਇੱਕ ਦਿਨ ਰਾਜਾ ਜੀ ਨੂੰ ਇਕਾਂਤ ਦੇ ਵਿੱਚ ਬੇਨਤੀ ਕਰਦਾ, ਕਹਿੰਦਾ ਰਾਜਾ ਜੀ ਮੈਨੂੰ ਬਹੁਤ ਦਿਨ ਹੋ ਗਏ ਤੁਹਾਨੂੰ ਦੇਖਦਿਆਂ, ਵੀ ਮੈਨੂੰ ਐਂ ਲੱਗਦਾ ਵੀ ਤੁਸੀਂ ਕਿਸੇ ਗੱਲੋਂ ਪਰੇਸ਼ਾਨ ਹੋ, ਕੋਈ ਦੁੱਖ ਹੈ ਤੁਹਾਡੇ ਅੰਦਰ ਜਿਹੜਾ ਤੁਹਾਨੂੰ ਤੰਗ ਕਰ ਰਿਹਾ, ਵੀ ਮੈਨੂੰ ਮਾੜਾ ਜਿਹਾ ਤੁਸੀਂ ਦੱਸ ਦਿਓ ਵੀ ਜੇ ਕੋਈ ਹੱਲ ਹੋ ਸਕਦਾ ਹੋਵੇ ਇਸ ਚੀਜ਼ ਦਾ। ਰਾਜਾ ਜੀ ਨੇ ਪੂਰੀ ਗੱਲ ਤਾਂ ਨਾ ਦੱਸੀ। ਰਾਜਾ ਕਹਿੰਦਾ ਵੀ ਐ ਵਜ਼ੀਰ ਤੂੰ ਮੇਰਾ ਬਹੁਤ ਸਿਆਣਾ ਸਾਥੀ ਹੈ, ਕਈ ਮੁਹਿੰਮਾਂ ਦੇ ਵਿੱਚ ਤੂੰ ਮੇਰਾ ਪੂਰਾ ਸਾਥ ਦਿੱਤਾ ਹੈ, ਰਾਜ ਦੇ ਵਿੱਚ ਰਾਜਕਾਜ ਦੇ ਕੰਮਾਂ 'ਚ ਤੂੰ ਮੇਰਾ ਪੂਰਾ ਸਾਥ ਦਿੰਦਾ ਹੈ, ਇਮਾਨਦਾਰ ਹੈ, ਸੋਝੀ ਵਾਲਾ ਹੈ, ਸਿਆਣਾ ਹੈ। ਮੈਨੂੰ ਇੰਨੀ ਗੱਲ ਦੱਸ ਵੀ ਜੇ ਦਿਲ ਦੇ ਵਿੱਚ ਕੋਈ ਭਰਮ ਪੈ ਜਾਵੇ, ਜੇ ਦਿਲ ਦੇ ਵਿੱਚ ਕੋਈ ਵਹਿਮ ਪੈ ਜਾਵੇ ਤਾਂ ਉਹ ਭਰਮ ਜਿਹੜਾ ਹੈ ਉਹ ਕਿਵੇਂ ਦੂਰ ਹੁੰਦਾ ਹੈ, ਉਹ ਭੁਲੇਖਾ ਜਿਹੜਾ ਉਹ ਕਿਵੇਂ ਦੂਰ ਹੁੰਦਾ ਹੈ, ਮੈਨੂੰ ਦੱਸ। ਤੇ ਉਸ ਵੇਲੇ ਫਿਰ ਵਜ਼ੀਰ ਕਹਿਣ ਲੱਗਾ, ਕਹਿੰਦਾ ਰਾਜਾ ਜੀ ਸੱਚਾਈ ਤਾਂ ਇਹ ਹੈ ਬਈ ਅਸੀਂ ਜਿੰਨੇ ਵੀ ਜੀਵ ਹਾਂ ਹੈਗੇ ਭੁਲੇਖੇ ਵਿੱਚ ਜੀ ਰਹੇ। ਭੁਲੇਖਾ ਪਿਆ ਹੋਇਆ ਹੈ ਆਪਣੇ ਅਹੁਦੇ ਦਾ, ਭੁਲੇਖਾ ਪਿਆ ਹੋਇਆ ਹੈ ਆਪਣੀ ਹੋਂਦ ਦਾ, ਭੁਲੇਖਾ ਪਿਆ ਹੋਇਆ ਹੈ ਆਪਣੇ ਆਪ ਦਾ। ਉਸ ਭੁਲੇਖੇ ਦੇ ਵਿੱਚ ਹੀ ਜੀ ਰਹੇ ਹਾਂ। ਹੁਣ ਉਹ ਭੁਲੇਖਾ ਕੌਣ ਦੂਰ ਕਰ ਸਕਦਾ ਹੈ? ਪੂਰਾ ਗੁਰੂ। ਪੂਰਾ ਗੁਰੂ ਮਿਲ ਜਾਵੇ ਤਾਂ ਫੇਰ ਕੀ ਹੁੰਦਾ ਜੀ? ਪੂਰਾ ਗੁਰ ਮਿਲ ਜਾਵੇ ਕਰ ਦੇਵੇ ਦੂਰ ਭੁਲੇਖਾ, 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 ਪੂਰਾ ਗੁਰ ਮਿਲ ਜਾਵੇ 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 ਕਰ ਦੇਵੇ ਦੂਰ ਭੁਲੇਖਾ। ਰਾਜਨਾ ਜੇ ਪੂਰਾ ਗੁਰੂ ਮਿਲ ਜਾਏ ਨਾ ਤਾਂ ਪੂਰਾ ਗੁਰੂ ਭੁਲੇਖੇ ਦੂਰ ਕਰ ਦਿੰਦਾ ਹੈ, ਭਰਮ ਦੂਰ ਕਰ ਦਿੰਦਾ ਹੈ। ਜਿਸ ਦਾ ਭਰਮ ਦੂਰ ਹੋ ਜਾਏ ਤਾਂ ਉਹ ਫਿਰ ਸੁਖੀ ਹੋ ਜਾਂਦਾ ਹੈ। ਜਿੰਨਾ ਚਿਰ ਭਰਮ ਨਹੀਂ ਦੂਰ ਹੁੰਦਾ, ਭੁਲੇਖਾ ਨਹੀਂ ਦੂਰ ਹੁੰਦਾ, ਉਨਾ ਚਿਰ ਸੁਖ ਨਹੀਂ ਹੋ ਸਕਦਾ, ਉਨਾ ਚਿਰ ਸ਼ਾਂਤੀ ਨਹੀਂ ਅੰਦਰ ਨੂੰ ਆ ਸਕਦੀ। ਜਿਸ ਤਰ੍ਹਾਂ ਨਾਲ ਹਨੇਰੇ ਦੇ ਵਿੱਚ ਪਈ ਹੋਈ ਰੱਸੀ ਜਿਹੜੀ ਹੈ ਮੜਕ ਚਾਨਣੇ ਦੇ ਵਿੱਚ ਉਹ ਰੱਸੀ ਸੱਪ ਪ੍ਰਤੀਤ ਹੁੰਦੀ ਹੈ, ਤੇ ਜਿੰਨਾ ਚਿਰ ਉਹ ਪੂਰਾ ਪ੍ਰਕਾਸ਼ ਹੋ ਕੇ ਰੱਸੀ ਦੀ ਸੱਚਾਈ ਨਹੀਂ ਪਤਾ ਲੱਗਦੀ ਉਨਾ ਚਿਰ ਡਰ ਲੱਗਦਾ ਹੈ। ਜਦ ਪ੍ਰਕਾਸ਼ ਹੋ ਜਾਂਦਾ ਹੈ ਤਾਂ ਫਿਰ ਰੱਸੀ ਦੇ ਬਾਰੇ ਪਤਾ ਲੱਗ ਗਿਆ, ਫਿਰ ਤਾਂ ਨਹੀਂ ਡਰ ਲੱਗਦਾ ਉਸ ਰੱਸੀ ਤੋਂ, ਇਹ ਤਾਂ ਭੁਲੇਖਾ ਹੀ ਦੂਰ ਹੋ ਗਿਆ।
ਬਸ ਐਂ ਜਦ ਭੁਲੇਖਾ ਗੁਰੂ ਦੂਰ ਕਰਦਾ ਹੈ ਮਿਲ ਕੇ, ਤਾਂ ਸਾਰੇ ਡਰ ਨਿਕਲ ਜਾਂਦੇ ਨੇ ਅੰਦਰੋਂ, ਫਿਰ ਭੁਲੇਖਾ ਨਹੀਂ ਰਹਿੰਦਾ। ਰਾਜਾ ਜਨਕ ਜੀ ਕਹਿਣ ਲੱਗੇ ਗੱਲ ਤਾਂ ਤੇਰੀ ਠੀਕ ਹੈ ਵੀ ਜੇ ਗੁਰੂ ਪੂਰਾ ਹੋਵੇ ਤਾਂ ਭੁਲੇਖੇ ਕੱਢ ਦਿੰਦਾ ਹੈ। ਵੀ ਹੁਣ ਤੂੰ ਐਂ ਕਰ, ਸਾਰੇ ਢੰਡੋਰਾ ਫੇਰਦੇ ਰਿਸ਼ੀਆਂ ਦੇ ਆਸ਼ਰਮਾਂ ਦੇ ਵਿੱਚ ਵੀ ਬੇਨਤੀ ਕਰ, ਜਿੰਨੇ ਵਿਦਵਾਨ ਨੇ ਮੇਰੇ ਰਾਜ ਦੇ ਵਿੱਚ ਰਹਿੰਦੇ ਉਹਨਾਂ ਸਾਰਿਆਂ ਨੂੰ ਬੇਨਤੀ ਕਰ, ਮੈਂ ਗੁਰੂ ਕਰਨਾ, ਪਰਖ ਕੇ ਕਰਨਾ, ਪਰਖ ਤੋਂ ਬਿਨਾਂ ਮੈਂ ਗੁਰੂ ਨਹੀਂ ਕਰਨਾ, ਕੱਚਾ ਗੁਰੂ ਨਹੀਂ ਮੈਂ ਪ੍ਰਾਪਤ ਕਰਨਾ, ਕੱਚੇ ਗੁਰੂ ਦੇ ਮੈਂ ਲੜ ਨਹੀਂ ਲੱਗਣਾ, ਗੁਰੂ ਮੈਨੂੰ ਪੂਰਾ ਚਾਹੀਦਾ, ਪੂਰਾ ਗੁਰੂ ਹੋਵੇ, ਅਧੂਰਾ ਨਹੀਂ ਹੋਵੇ। ਤੂੰ ਸਾਰੇ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਦੇ ਵਿੱਚ ਵੀ, ਵਿਦਵਾਨਾਂ ਦੀ ਸਭਾ ਦੇ ਵਿੱਚ ਸਾਰੇ ਪਾਸੇ ਮੇਰਾ ਸੁਨੇਹਾ ਦੇ, ਸੁਨੇਹਾ ਦੇ ਵੀ ਮੈਂ ਗੁਰੂ ਧਾਰਨ ਕਰਨਾ ਹੈ, ਮੇਰੀ ਸਭਾ ਦੇ ਵਿੱਚ ਸਾਰੇ ਹੀ ਆਉਣ, ਮੈਂ ਸਵਾਲ ਪੁੱਛੂੰਗਾ, ਜਿਹੜਾ ਮੇਰੇ ਸਵਾਲ ਦਾ ਹੱਲ ਕਰ ਦੇਵੇ ਤੇ ਮੈਂ ਉਹਨੂੰ ਗੁਰੂ ਧਾਰਨ ਕਰੂੰਗਾ। ਚਲੋ ਸਾਧ ਸੰਗਤ, ਵਜ਼ੀਰ ਨੇ ਰਾਜਾ ਜਨਕ ਜੀ ਦੇ ਕਹੇ ਦੇ ਉੱਤੇ ਸਾਰੇ ਪਾਸੇ ਸੁਨੇਹੇ ਭੇਜ ਦਿੱਤੇ। ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਦੇ ਵਿੱਚ, ਵਿਦਵਾਨਾਂ ਦੀ ਸਭਾ ਦੇ ਵਿੱਚ ਜਦ ਗੱਲ ਪੁੱਜੀ ਵੀ ਰਾਜੇ ਜਨਕ ਨੇ ਗੁਰੂ ਧਾਰਨ ਕਰਨਾ, ਇਹ ਤਾਂ ਬਹੁਤ ਵੱਡੀ ਗੱਲ ਹੈ। ਰਾਜੇ ਦਾ ਗੁਰੂ ਬਣਨਾ ਕੋਈ ਸੌਖੀ ਛੋਟੀ ਜਿਹੀ ਗੱਲ ਤਾਂ ਹੈ ਨਹੀਂ। ਜਿਹੜਾ ਰਾਜੇ ਜਨਕ ਦਾ ਗੁਰੂ ਬਣ ਜਾਏਗਾ ਉਹਨੂੰ ਤਾਂ ਬਹੁਤ ਉੱਚੀ ਪਦਵੀ ਮਿਲ ਗਈ ਸਮਝੋ। ਲਾਲਚ ਵਸ ਹੋ ਕੇ ਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਜੇ ਦੀ ਸਭਾ ਦੇ ਵਿੱਚ ਵਿਦਵਾਨ ਲੋਕ, ਰਿਸ਼ੀ ਮੁਨੀ ਲੋਕ ਇਕੱਠੇ ਹੋ ਗਏ, ਹਜ਼ਾਰਾਂ ਦੀ ਗਿਣਤੀ 'ਚ। ਐਂ ਵੀ ਲਿਖਿਆ ਕਹਿੰਦੇ 5000 ਗੁਰੂ ਬਣਨ ਵਾਸਤੇ ਆ ਗਿਆ, 5000 ਬੰਦਾ, ਜਿਹਦੇ ਵਿੱਚ ਬੜੇ ਬੜੇ ਆਸ਼ਰਮਾਂ ਦੇ ਮੁਖੀ ਲੋਕ ਵੀ ਆ ਗਏ ਕਿ ਰਾਜੇ ਜਨਕ ਦਾ ਗੁਰੂ ਬਣਨਾ ਹੈ ਤਾਂ ਮੈਂ ਬਣੂਗਾ, ਮੈਂ ਵਿਦਵਾਨ ਵੱਡਾ, ਮੈਂ ਇੰਨੇ ਗ੍ਰੰਥ ਪੜ੍ਹੇ ਹੋਏ ਨੇ, ਮੈਂ ਐਂ ਪੜ੍ਹਿਆ। ਆ ਗਏ ਸਾਰੇ। ਰਾਜਾ ਜੀ ਨੇ ਸਭਾ ਲਾ ਲਈ। ਰਾਜਾ ਜਨਕ ਜੀ ਹੱਥ ਜੋੜ ਕੇ ਖੜ ਕੇ ਕਹਿੰਦੇ ਐ ਵੀ ਮੈਂ ਗੁਰੂ ਧਾਰਨ ਕਰਨਾ ਹੈ, ਪਰ ਮੇਰੀ ਇੱਕ ਸ਼ਰਤ ਹੈ, ਮੈਂ ਗੁਰੂ ਉਹਨੂੰ ਧਾਰਨ ਕਰਨਾ ਹੈ ਜਿਹੜਾ ਮੇਰੇ ਮਨ ਦੇ ਭੁਲੇਖੇ ਨੂੰ ਦੂਰ ਕਰ ਦੇਵੇ ਤੇ ਮੈਨੂੰ ਗਿਆਨ ਕਰਾ ਦੇਵੇ। ਕਹਿੰਦੇ ਰਾਜਾ, ਗੁਰੂ ਦਾ ਤਾਂ ਕੰਮ ਹੀ ਇਹ ਹੁੰਦਾ ਵੀ ਗੁਰੂ ਭੁਲੇਖਾ ਦੂਰ ਕਰਦਾ ਤੇ ਗਿਆਨ ਕਰਾਉਂਦਾ ਹੈ। ਗੁਰੂ ਦਾ ਅਰਥ ਗੂ ਮੈਨੇ ਹਨੇਰਾ, ਰੂ ਮੈਨੇ ਪ੍ਰਕਾਸ਼। ਅਗਿਆਨਤਾ ਦੇ ਹਨੇਰੇ ਵਿੱਚ ਜਿਹੜਾ ਗਿਆਨ ਦਾ ਪ੍ਰਕਾਸ਼ ਕਰਾਉਂਦਾ ਹੈ ਉਹਨੂੰ ਗੁਰੂ ਕਹਿੰਦੇ ਆ। ਜਿਹੜਾ ਕਿਸੇ ਵਿਦਿਆ ਨੂੰ ਸਿਖਾਲ ਦਿੰਦਾ ਹੈ ਗੁਰੂ ਹੈ। ਰਾਜਾ ਜਨਕ ਜੀ ਕਹਿਣ ਲੱਗੇ ਪਰ ਸ਼ਰਤ ਹੈ ਮੇਰੀ ਇੱਕ। ਸ਼ਰਤ ਕੀ ਹੈ? ਸ਼ਰਤ ਇਹ ਹੈ ਭਈ ਮੈਂ ਘੋੜੇ ਤੇ ਸਵਾਰ ਹੋਣਾ, ਇੱਕ ਪੈਰ ਰਕਾਬ ਦੇ ਵਿੱਚ ਰੱਖਿਆ ਹੋਵੇ, ਦੂਜਾ ਪੈਰ ਜਦ ਤੱਕ ਮੈਂ ਘੁਮਾ ਕੇ ਦੂਜੀ ਰਕਾਬ ਦੇ ਵਿੱਚ ਰੱਖਣਾ, ਇੰਨੇ ਚਿਰ ਦੇ ਵਿੱਚ ਮੈਨੂੰ ਕੋਈ ਗਿਆਨ ਕਰਾ ਦੇਵੇ। ਸਿਰਫ ਇੰਨਾ ਸਮਾਂ ਲਾਵੇ ਗਿਆਨ ਕਰਾਉਣ ਲਈ। ਇੰਨੇ ਸਮੇਂ ਦੇ ਵਿੱਚ ਜਿਹੜਾ ਮੈਨੂੰ ਗਿਆਨ ਕਰਾ ਦੂਗਾ ਉਹ ਮੇਰਾ ਗੁਰੂ ਹੋਊਗਾ। ਹੁਣ ਹੱਥ ਖੜੇ ਹੋ ਗਏ ਸਾਰਿਆਂ ਦੇ, ਕਹਿੰਦੇ ਇੰਨੇ ਚਿਰ ਦੇ ਵਿੱਚ ਤਾਂ ਗੁਰੂ ਦਾ ਕੋਈ ਵੀ ਨਹੀਂ ਐਸਾ ਜਿਹੜਾ ਗਿਆਨ ਕਰਾ ਦੇਵੇ। ਬ੍ਰਹਮ ਗਿਆਨ ਇੰਨੇ ਚਿਰ ਦੇ ਵਿੱਚ ਨਹੀਂ ਹੋ ਸਕਦਾ। ਚੰਦਨ ਦੀ ਚੌਂਕੀ ਰੱਖ ਦਿੱਤੀ, ਵਿਛਾ ਦਿੱਤੀ, ਉਹਦੇ ਤੇ ਵਿਛਾਈ ਕਰ ਦਿੱਤੀ। ਕਹਿੰਦਾ ਜਿਹੜਾ ਵੀ ਤੁਹਾਡੇ ਵਿੱਚੋਂ ਮੇਰਾ ਗੁਰੂ ਬਣਨ ਨੂੰ ਤਿਆਰ ਹੈ ਉਹ ਇਸ ਚੌਂਕੀ ਉੱਤੇ ਆ ਕੇ ਬਹਿ ਜਾਏ, ਪਰ ਚੇਤਾ ਰੱਖਿਓ ਸ਼ਰਤ ਮੇਰੀ ਇਹੋ ਹੀ ਹੈ। ਸ਼ਰਤ ਹੈ ਇਸ ਚੌਂਕੀ ਤੇ ਆ ਕੇ ਜਿਹੜਾ ਬੈਠੂ ਮੇਰਾ ਗੁਰੂ ਬਣੂ, ਪਰ ਇੰਨੇ ਸਮੇਂ ਵਿੱਚ ਰਕਾਬ 'ਚ ਇੱਕ ਪੈਰ ਰੱਖਿਆ ਹੋਵੇ, ਦੂਜਾ ਪੈਰ ਰੱਖਣ ਤੱਕ ਦਾ ਜਿੰਨਾ ਸਮਾਂ, ਇੰਨੇ ਸਮੇਂ 'ਚ ਜਿਹੜਾ ਮੈਨੂੰ ਬ੍ਰਹਮ ਗਿਆਨ ਕਰਾ ਦੇਵੇ ਉਹਨੂੰ ਮੈਂ ਗੁਰੂ ਧਾਰਨ ਕਰਨਾ। ਜੇ ਐਵੇਂ ਹੀ ਕੋਈ ਆ ਕੇ ਚੌਂਕੀ ਤੇ ਬਹਿ ਗਿਆ, ਗਿਆਨ ਉਹ ਕਰਾ ਨਾ ਸਕਿਆ, ਤਾਂ ਫਿਰ ਯਾਦ ਰੱਖਿਓ ਮੌਤ ਦੀ ਸਜ਼ਾ ਦਊਂਗਾ, ਸਿਰ ਕਲਮ ਕਰ ਦੇਣਾ। ਬੜਿਆਂ ਦੇ ਹੱਥ ਖੜੇ ਹੋ ਗਏ। ਹੁਣ ਮੋਹਰੇ ਆਉਣ ਨੂੰ ਕੋਈ ਰਾਜੀ ਨਹੀਂ, ਉਸ ਚੌਂਕੀ ਤੇ ਬੈਠਣ ਨੂੰ ਕੋਈ ਰਾਜੀ ਨਹੀਂ ਹੈ। ਕਿਹੜਾ ਆਵੇ ਅੱਗੇ? ਇੰਨੇ ਸਮੇਂ 'ਚ ਕਿਹੜਾ ਗਿਆਨ ਕਰਾਵੇ? ਕਿਹਦੇ 'ਚ ਇੰਨੀ ਸਮਰੱਥਾ ਹੈ? ਸਾਰੇ ਬੈਠੇ ਹਜ਼ਾਰਾਂ ਦੀ ਗਿਣਤੀ। ਹੁਣ ਗੁਰੂ ਬਣਨ ਵਾਸਤੇ ਨਹੀਂ ਬੈਠੇ, ਹੁਣ ਸਿਰਫ ਇਸ ਕਰਕੇ ਬੈਠੇ ਆ ਵੀ ਦੇਖੀਏ ਕਿਹੜਾ ਇਦਾਂ ਦਾ ਆਉਂਦਾ ਜਿਹੜਾ ਇੰਨੇ ਚਿਰ 'ਚ ਗਿਆਨ ਕਰਾ ਦੂਗਾ। ਦੇਖੀਏ ਤਾਂ ਸਹੀ, ਇਦਾਂ ਦਾ ਤਾਂ ਕੋਈ ਵੀ ਨਹੀਂ ਹੋਣਾ ਜਿਹੜਾ ਇੰਨੇ ਚਿਰ 'ਚ ਗਿਆਨ ਕਰਾ ਦੇਵੇ। ਅੱਛਾ, ਇੱਕ ਦਿਨ ਬੀਤਿਆ, 2 ਦਿਨ ਬੀਤੇ, ਹਫ਼ਤਾ ਬੀਤ ਗਿਆ,
ਉਹਨਾਂ ਸਾਰਿਆਂ ਨੂੰ ਰਹਿائش ਦੇ ਦਿੱਤੀ, ਲੰਗਰ ਪਾਣੀ ਚੱਲ ਰਿਹਾ, ਬ੍ਰਹਮ ਭੋਜ ਭੰਡਾਰਾ ਰੋਜ਼ ਰਾਜੇ ਜਨਕ ਦੇ ਹੁੰਦਾ ਸੀ। ਪਰ ਹੁਣ ਕੋਈ ਵੀ ਨਹੀਂ ਐਸਾ ਰਾਜੀ ਜਿਹੜਾ ਉਸ ਚੰਦਨ ਦੀ ਚੌਂਕੀ ਤੇ ਬੈਠਿਆ ਆ ਕੇ। ਰਾਜੇ ਨੂੰ ਇਸ ਗੱਲੋਂ ਬਹੁਤ ਪਰੇਸ਼ਾਨੀ ਹੈ। ਰਾਜਾ ਵਜ਼ੀਰ ਨੂੰ ਕਹਿੰਦਾ ਬਈ ਕੋਈ ਵੀ ਨਹੀਂ ਐਸਾ ਹੈ ਜਿਹੜਾ ਮੈਨੂੰ ਬ੍ਰਹਮ ਗਿਆਨ ਕਰਾ ਦੇਵੇ ਇੰਨੇ ਸਮੇਂ 'ਚ, ਇਹਨਾਂ ਵਿੱਚੋਂ ਇੱਕ ਵੀ ਨਹੀਂ ਲਾਇਕ। ਕਹਿੰਦੇ ਰਾਜ ਨਾਲ ਲੱਗਦਾ ਤਾਂ ਇੱਦਾਂ ਹੀ ਹੈ। ਪਰ ਅੱਜ ਦੁਆਰ ਦੇ ਉੱਤੇ ਕਿਸੇ ਨੇ ਅਲਖ ਜਗਾਈ ਆ ਕੇ, ਮੈਂ ਰਾਜੇ ਜਨਕ ਨੂੰ ਮਿਲਣਾ ਹੈ। ਜਦ ਜਿਹੜੇ ਦੁਆਰ ਦੇ ਉੱਤੇ ਸੰਤਰੀ ਖੜੇ ਐ, ਦੁਆਰਪਾਲ ਖੜੇ ਐ, ਉਹਨਾਂ ਨੇ ਉਹਦੇ ਵੱਲ ਦੇਖਿਆ ਤਾਂ ਹੱਸ ਪਏ। ਕਿਉਂ ਹੱਸੇ? ਕਹਿੰਦੇ ਰਿਸ਼ੀ ਜੀ ਕੀ ਕਰਨਾ ਰਾਜੇ ਨੂੰ ਮਿਲ ਕੇ? ਕਹਿੰਦੇ ਮੈਂ ਰਾਜੇ ਦਾ ਗੁਰੂ ਬਣਨਾ ਹੈ। ਉਹਦੇ ਵੱਲ ਵੇਖ ਕੇ ਦੁਆਰਪਾਲ ਸੰਤਰੀ ਹੱਸ ਪਏ। ਕਿਉਂ? ਉਹਦੇ ਸਰੀਰ ਨੂੰ 8 ਵਲ ਪੈਂਦੇ ਸੀ। ਵਲ ਲੱਕ ਮੋਹਰੇ ਨੂੰ ਤੇ ਛਾਤੀ ਪਿਛਾਂਹ ਨੂੰ, ਲੱਤਾਂ ਨੂੰ ਵੀ ਵਲ ਪਿਆ ਹੋਇਆ, ਬਾਹਾਂ ਨੂੰ ਵੀ ਵਲ ਪਿਆ ਹੋਇਆ, ਇੱਕ ਹੱਥ ਹੈ ਨਹੀਂ ਤੇ ਕਰੂਪ ਜਿਹਾ ਚਿਹਰਾ ਹੈ। ਬਸ ਅੱਖਾਂ ਤੋਂ ਸਹੀ ਦਿਸਦਾ ਹੈ, ਜ਼ੁਬਾਨ ਸਹੀ ਚੱਲਦੀ ਹੈ। ਉਹ ਹੱਸ ਪਏ। ਕਹਿੰਦੇ ਲੈ ਆ ਬਿੰਗਾ ਜਿਹਾ ਗੁਰੂ ਬਣਨ ਵਾਸਤੇ ਆਇਆ ਰਾਜਾ ਜਨਕ ਦਾ, ਤੂੰ ਗੁਰੂ ਬਣੇਗਾ? ਤੈਨੂੰ ਕੀ ਗਿਆਨ ਹੈ? ਉਹ ਕਹਿੰਦੇ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਤੁਸੀਂ ਰਾਜਾ ਜੀ ਦੇ ਕੋਲ ਖਬਰ ਪਹੁੰਚਾਓ। ਚਲੋ ਰਾਜਾ ਜਨਕ ਜੀ ਦੇ ਕੋਲ ਖਬਰ ਪਹੁੰਚ ਗਈ, ਇਹ ਕੋਈ ਰਿਸ਼ੀ ਆਇਆ ਤੁਹਾਡਾ ਗੁਰੂ ਬਣਨ ਵਾਸਤੇ। ਕਹਿੰਦੇ ਉਹਨੂੰ ਸ਼ਰਤ ਪਤਾ ਹੈ ਮੇਰੀ? ਕਹਿੰਦੇ ਹਾਂ ਉਹਨੂੰ ਪਤਾ ਹੈ। ਜਿਸ ਵੇਲੇ ਉਹ ਵਿਦਵਾਨਾਂ ਦੀ ਸਭਾ ਲੱਗੀ ਹੋਈ ਹੈ ਤੇ ਅਸ਼ਟਾਵਕਰ ਰਿਸ਼ੀ ਜੀ ਦੇ ਸਰੀਰ ਨੂੰ 8 ਵਲ ਪੈਂਦੇ ਹੈ, ਜਦ ਉਹ ਸਭਾ ਦੇ ਵਿੱਚ ਆਉਂਦੇ ਹੈ ਤਾਂ ਸਭਾ ਦੇ ਵਿੱਚ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਦਵਾਨ ਬੈਠੇ ਉਹ ਮੁਸ਼ਕੜੀਆਂ 'ਚ ਹੱਸਦੇ ਨੇ ਉਹਦੇ ਸਰੀਰ ਨੂੰ ਦੇਖ ਕੇ। ਰਾਜਾ ਜਨਕ ਜੀ ਦੇਖੀ ਜਾਂਦੇ ਨੇ ਵੀ ਇਹ ਬਾਕੀ ਵਿਦਵਾਨ ਹੱਸਦੇ ਨੇ ਇਹਦੇ ਸਰੀਰ ਵੱਲ ਦੇਖ ਕੇ। ਰਿਸ਼ੀ ਅਸ਼ਟਾਵਕਰ ਉਹ ਕਹਿੰਦਾ ਰਾਜਨ ਮੈਂ ਤਾਂ ਸੋਚਿਆ ਸੀ ਬਈ ਤੂੰ ਵਿਦਵਾਨਾਂ ਦੀ ਸਭਾ ਲਾਈ ਬੈਠਾ ਹੋਏਗਾ, ਤੇਰੀ ਸਭਾ ਦੇ ਵਿੱਚ ਚੰਗੇ ਚੰਗੇ ਵਿਦਵਾਨ ਹੋਣਗੇ, ਪਰ ਮੈਂ ਤਾਂ ਹੈਰਾਨ ਹੈ ਤੂੰ ਤਾਂ ਇਹਨਾਂ ਸ਼ੂਦਰਾਂ ਦੀ ਚਮਿਆਰਾਂ ਦੀ ਸਭਾ ਲਾ ਕੇ ਬੈਠਾ। ਚਮਿਆਰ ਚੰਮ ਜਮਾ ਯਾਰ, ਜਿਹਨੂੰ ਚੰਮ ਦੀ ਪਰਖ ਹੋਵੇ। ਕਹਿੰਦੇ ਆ ਜਿਹੜੇ ਤੂੰ ਬਿਠਾਲੀ ਫਿਰਦਾ ਜਿਨ੍ਹਾਂ ਤੋਂ ਗਿਆਨ ਭਾਲਦਾ ਇਹ ਤਾਂ ਮੇਰੇ ਸਰੀਰ ਦੀ ਚਮੜੀ ਦੇਖਦੇ ਆ। ਇਹਨਾਂ ਨੂੰ ਪੁੱਛ ਇਹਨਾਂ ਨੇ ਜਿਹੜੇ ਗ੍ਰੰਥ ਪੜ੍ਹੇ ਨੇ ਉਹਨਾਂ ਗ੍ਰੰਥਾਂ ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਵੀ ਗਿਆਨ ਦਾ ਸੰਬੰਧ ਸਰੀਰ ਨਾਲ ਹੁੰਦਾ ਹੈ। ਇਹਨਾਂ ਨੂੰ ਪੁੱਛ ਜਰਾ। ਗਿਆਨ ਦਾ ਸੰਬੰਧ ਆਤਮਾ ਨਾਲ ਹੈ, ਗਿਆਨ ਦਾ ਸੰਬੰਧ ਬੁੱਧੀ ਦੇ ਨਾਲ ਹੈ, ਗਿਆਨ ਦਾ ਸੰਬੰਧ ਸਰੀਰ ਨਾਲ ਨਹੀਂ ਹੈ। ਤੇ ਇਹ ਮੇਰਾ ਸਰੀਰ ਦੇਖ ਕੇ ਹੱਸੇ ਨੇ। ਮੈਂ ਤੇਰਾ ਗੁਰੂ ਬਣਨ ਵਾਸਤੇ ਆਇਆ, ਮੈਂ ਤੈਨੂੰ ਆਪਣੇ ਸਰੀਰ ਨਾਲ ਗਿਆਨ ਨਹੀਂ ਕਰਾਉਣਾ, ਮੈਂ ਤੈਨੂੰ ਆਤਮਕ ਸ਼ਕਤੀ ਦੇ ਨਾਲ ਤੇ ਆਪਣੀ ਬੁੱਧੀ ਦੇ ਨਾਲ ਗਿਆਨ ਕਰਾਉਣਾ ਹੈ। ਤੇ ਫਿਰ ਇਹਨਾਂ ਦੇ ਹੱਸਣ ਦਾ ਕੀ ਕਾਰਨ ਹੋਇਆ? ਉਹ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਕਹਿੰਦੇ ਗੱਲ ਤਾਂ ਠੀਕ ਕਰਦਾ ਹੈ, ਸਾਡੀ ਗਲਤੀ ਹੈ। ਰਾਜਾ ਜਨਕ ਜੀ ਨੇ ਹੱਥ ਜੋੜ ਕੇ ਮਾਫੀ ਮੰਗੀ, ਹੇ ਰਿਸ਼ੀ ਇਸ ਭਰੀ ਸਭਾ ਦੇ ਵਿੱਚ ਜੋ ਤੇਰਾ ਨਰਾਦਰ ਹੋਇਆ ਮੈਂ ਉਹਦੀ ਮਾਫੀ ਮੰਗਦਾ, ਪਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਵੀ ਜੇ ਤਾਂ ਵਾਕਈ ਤੂੰ ਮੇਰਾ ਗੁਰੂ ਬਣਨਾ ਆ ਤੇ ਤੈਨੂੰ ਮੇਰੀ ਸ਼ਰਤ ਦਾ ਪਤਾ ਹੈ, ਫੇਰ ਤੂੰ ਅੱਗੇ ਵੱਧ ਕੇ ਚੌਂਕੀ ਤੇ ਬੈਠ। ਜੇ ਤੂੰ ਮੈਨੂੰ ਗਿਆਨ ਨਹੀਂ ਕਰਾ ਸਕਦਾ, ਤੈਨੂੰ ਸ਼ਰਤ ਦਾ ਨਹੀਂ ਪਤਾ, ਤਾਂ ਫੇਰ ਤੂੰ ਚੌਂਕੀ ਤੇ ਨਾ ਬੈਠ, ਫੇਰ ਤੂੰ ਪਿੱਛੇ ਮੁੜ ਜਾ। ਰਿਸ਼ੀ ਅਸ਼ਟਾਵਕਰ ਕਹਿੰਦਾ ਵੀ ਹਾਂ ਮੈਂ ਤੈਨੂੰ ਗਿਆਨ ਕਰਾ ਦੂੰਗਾ। ਕਹਿੰਦੇ ਆਓ ਜੀ ਆਇਆਂ ਨੂੰ, ਚੌਂਕੀ ਤੇ ਬਿਰਾਜਮਾਨ ਹੋਵੋ। ਬੈਠ ਗਏ ਚੌਂਕੀ ਤੇ। ਰਾਜਾ ਜਨਕ ਕਹਿੰਦਾ ਮਹਾਰਾਜ ਕੀ ਹੁਕਮ ਹੈ? ਕਹਿੰਦੇ ਬਸ ਜਿਹੜੀ ਤੂੰ ਸ਼ਰਤ ਰੱਖੀ ਹੋਈ ਹੈ ਮੰਗਾ ਘੋੜਾ ਆਪਣਾ, ਘੋੜਾ ਮੰਗਾ, ਤੈਨੂੰ ਗਿਆਨ ਕਰਾਈਏ, ਬ੍ਰਹਮ ਗਿਆਨ ਦੇਈਏ ਤੈਨੂੰ। ਕਹਿੰਦਾ 7 ਵਜੇ। ਰਾਜੇ ਨੇ ਆਪਣਾ ਅਰਾਕੀ ਘੋੜਾ ਜਿਹੜਾ ਬਹੁਤ ਚੰਗੀ ਨਸਲ ਦਾ ਸੀ ਉਹ ਮੰਗਾਇਆ, ਕਾਠੀ ਪਾਈ ਹੋਈ, ਘੋੜਾ ਸ਼ਿੰਗਾਰਿਆ ਹੋਇਆ। ਘੋੜਾ ਲੈ ਆਂਦਾ ਜੀ। ਮਹਾਰਾਜ ਹੁਕਮ। ਕਹਿੰਦੇ ਰਾਜਨਾ ਵੀ ਗੱਲ ਇੱਦਾਂ ਹੈ, ਹੁਣ ਮੈਂ ਤੇਰਾ ਗੁਰੂ ਤਾਂ ਬਣ ਜਾਣਾ ਹੈ ਤੇ ਤੂੰ ਮੈਨੂੰ ਦਛਣਾ ਵੀ ਦੇਵੇਂਗਾ ਫਿਰ, ਹੈ ਨਾ, ਜਦ ਮੈਂ ਤੇਰਾ ਗੁਰੂ ਬਣ ਗਿਆ। ਦਛਣਾ? ਕਹਿੰਦਾ ਦਛਣਾ ਤਾਂ ਬਣਦੀ ਹੈ ਜੀ ਦੇਣੀ, ਫਿਰ ਜਦ ਤੁਸੀਂ ਮੇਰੇ ਗੁਰੂ ਬਣ ਗਏ ਗੁਰੂ ਦਛਣਾ ਤਾਂ ਦੇਣੀ ਬਣਦੀ ਹੈ। ਕਹਿੰਦੇ ਰਾਜਨਾ ਪਰ ਗੱਲ ਇਹ ਹੈ
ਭਈ ਤੇਰਾ ਘੋੜਾ ਬਹੁਤ ਵਧੀਆ ਹੈ, ਤੈਂ ਘੋੜੇ ਦਾ ਅਸਵਾਰ ਹੋਣਾ ਹੈ, ਇੱਕ ਰਕਾਬ ਵਿੱਚ ਪੈਰ ਰੱਖਣਾ, ਦੂਜੀ ਰਕਾਬ ਪੈਰ ਰੱਖਦਿਆਂ ਮੈਂ ਤੈਨੂੰ ਗਿਆਨ ਕਰਾ ਦੇਣਾ ਹੈ। ਤੈਂ ਘੋੜੇ ਤੇ ਸਵਾਰ ਹੋਇਆ ਹੋਣਾ ਤੇ ਤੈਂ ਘੋੜੇ ਨੂੰ ਅੱਡੀ ਲਾਣੀ ਹੈ, ਤੈਂ ਚਲਿਆ ਜਾਣਾ ਇੱਥੋਂ, ਤੈਨੂੰ ਬ੍ਰਹਮ ਗਿਆਨ ਹੋ ਜਾਣਾ, ਤੈਂ ਇੱਥੋਂ ਚਲਿਆ ਜਾਣਾ, ਤੈਂ ਮੁੜ ਕੇ ਖਬਨੀ ਮੇਰੇ ਹੱਥ ਆਉਣਾ ਕਿ ਨਹੀਂ ਆਉਣਾ। ਤੂੰ ਇੱਦਾਂ ਕਰ, ਦਛਣਾ ਮੈਨੂੰ ਪਹਿਲਾਂ ਹੀ ਦੇ ਦੇ, ਦਛਣਾ ਦੇ ਦੇ ਪਹਿਲਾਂ, ਤੇ ਫੇਰ ਚਲਿਆ ਜਾ, ਫੇਰ ਮੈਂ ਤੈਨੂੰ ਗਿਆਨ ਕਰਾ ਦਿੰਦਾ। ਰਾਜਾ ਜਨਕ ਜੀ ਸੋਚਦੇ ਨੇ ਵੀ ਇਹ ਲਾਲਚੀ ਹੈ ਖਬਨੀ। ਕਹਿੰਦਾ ਦੱਸੋ ਮਾਇਆ ਚਾਹੀਦੀ, ਸੋਨਾ ਚਾਂਦੀ ਚਾਹੀਦਾ ਕੀ? ਕਹਿੰਦੇ ਰਾਜ ਨਾ ਮੈਨੂੰ ਉਹ ਚੀਜ਼ ਦੇਈ ਜਿਹੜੀ ਤੇਰੀ ਆਪਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਉਹ ਚੀਜ਼ ਦੇਈ ਜਿਹੜੀ ਤੇਰੀ ਆਪਣੀ ਹੈ। ਤਿੰਨ ਚੀਜ਼ਾਂ, ਤਨ, ਮਨ ਤੇ ਧਨ, ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਜਿਹੜੀ ਤੇਰੀ ਆਪਣੀ ਹੈ ਉਹ ਮੈਨੂੰ ਦੇ ਦੇ, ਜਿਹੜੀ ਤੇਰੇ ਕੰਮ ਦੀ ਨਹੀਂ ਹੈ ਉਹ ਮੈਨੂੰ ਦੇ ਦੇ। ਗੱਲ ਬੜੀ ਡੂੰਘੀ ਸੀ, ਗੱਲ ਬਹੁਤ ਡੂੰਘਾਈ ਵਾਲੀ ਸੀ। ਤਨ, ਮਨ ਤੇ ਧਨ, ਇਹ ਤਿੰਨ ਚੀਜ਼ਾਂ ਨਾਲ ਸਾਡਾ ਸੰਬੰਧ। ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕਹਿੰਦੇ ਰਾਜਨਾ ਜਿਹੜੀ ਤੇਰੀ ਆਪਣੀ ਹੈ ਉਹ ਮੈਨੂੰ ਦੇ ਦੇ, ਤੇ ਫਿਰ ਤੈਨੂੰ ਅਸੀਂ ਦਛਣਾ ਲੈ ਕੇ ਗਿਆਨ ਕਰਾ ਦਿੰਦੇ ਹਾਂ। ਰਾਜਾ ਸੋਚੀ ਪੈ ਗਿਆ। ਰਾਜਾ ਜਨਕ ਕਹਿੰਦਾ ਹੇ ਰਿਸ਼ੀ ਵਰ, ਮੈਨੂੰ ਕੁਝ ਸਮੇਂ ਵਾਸਤੇ ਆਪਣੇ ਮਹਿਲਾਂ 'ਚ ਜਾ ਲੈਣ, ਮੈਂ ਵਾਪਸ ਮੁੜ ਕੇ ਆਉਣਾ। ਕਹਿੰਦੇ ਠੀਕ ਹੈ ਜਾਓ ਜੀ, ਕੋਈ ਗੱਲ ਨਹੀਂ। ਸਭਾ ਦੇ ਵਿੱਚ ਵਿਦਵਾਨ ਬੈਠੇ ਹੈਰਾਨ ਹੋਈ ਜਾਂਦੇ ਨੇ ਵੀ ਇਹ ਕਰੇਗਾ ਕੀ, ਇੰਨੇ ਸਮੇਂ ਦੇ ਵਿੱਚ ਕਿਵੇਂ ਗਿਆਨ ਕਰਾ ਦੇਗਾ। ਰਾਜਾ ਜਨਕ ਜੀ ਮਹਿਲਾਂ 'ਚ ਜਾਂਦੇ ਨੇ, ਆਪਣੀ ਰਾਣੀ ਨੂੰ ਸੱਦਦੇ ਨੇ। ਰਾਣੀ ਬੜੀ ਸਿਆਣੀ ਹੈ, ਉਹਨੇ ਦੱਸਿਆ ਵੀ ਐਂ ਕਰਕੇ ਕੋਈ ਰਿਸ਼ੀ ਜੀ ਆਏ ਨੇ, ਮੇਰੇ ਗੁਰੂ ਬਣਨ ਲਈ ਤਾਂ ਤਿਆਰ ਨੇ, ਉਹ ਗਿਆਨ ਵੀ ਕਰਾ ਦੇਣਗੇ ਕਹਿੰਦੇ, ਪਰ ਉਹ ਦਛਣਾ ਮੰਗਦੇ ਨੇ। ਦਛਣਾ ਮੰਗਦੇ ਨੇ, ਤਨ, ਮਨ, ਧਨ, ਤਿੰਨਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਮੰਗਦੇ ਨੇ। ਵੀ ਦੱਸ ਕਿਹੜੀ ਚੀਜ਼ ਦਿਆਂ? ਮੈਂ ਤੇਰੇ ਨਾਲ ਰਾਏ ਕਰਨ ਵਾਸਤੇ ਆਇਆ, ਸਲਾਹ ਕਰਨ ਵਾਸਤੇ ਆਇਆ ਵੀ ਤੂੰ ਮੇਰੀ ਅਰਧਾਂਗਣੀ ਹੈ, ਤੂੰ ਮੇਰੇ ਹਰੇਕ ਦੁੱਖ ਸੁੱਖ ਦੀ ਸਾਂਝੀਦਾਰ ਹੈ, ਤੇ ਮੈਨੂੰ ਦੱਸ ਵੀ ਮੈਂ ਉਸ ਰਿਸ਼ੀ ਨੂੰ ਕੀ ਭੇਟਾ ਦੇਵਾਂ, ਗੁਰੂ ਦਛਣਾ ਵਿੱਚ ਕੀ ਦੇਵਾਂ। ਕਹਿੰਦੀ ਰਾਜਾ ਜੀ ਮੁੱਦਾ ਬਹੁਤ ਗੰਭੀਰ ਹੈ, ਇਹ ਛੋਟੀ ਜਿਹੀ ਗੱਲ ਨਹੀਂ ਹੈ। ਜੇ ਧਨ ਦੇ ਦਿਓਗੇ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ, ਧਨ ਦਿੱਤਿਆਂ ਖਾਲੀ ਹੋ ਜਾਾਂਗੇ। ਕੰਗਾਲੀ ਦੇ ਵਿੱਚ, ਗਰੀਬੀ ਦੇ ਵਿੱਚ ਦਿਨ ਲਗਾਉਣੇ ਬੜੇ ਔਖੇ ਹੁੰਦੇ ਆ, ਧਨ ਦਿੱਤਿਆਂ ਸਰਨਾ ਨਹੀਂ ਹੈ। ਜੇ ਤਨ ਦੇ ਦਿੱਤਾ ਤਾਂ ਰਿਸ਼ੀ ਜੀ ਤੁਹਾਨੂੰ ਨਾਲ ਲੈ ਜਾਣਗੇ, ਤੇ ਜਦੋਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ, ਇਸ ਤਨ ਦੇ ਉੱਤੇ ਮੇਰਾ ਅਧਿਕਾਰ ਹੋ ਗਿਆ ਸੀ, ਤੇ ਤਨ ਵੀ ਨਹੀਂ ਤੁਸੀਂ ਦੇ ਸਕਦੇ। ਇੱਕ ਚੀਜ਼ ਹੈਗੀ ਹੈ ਮਨ, ਲੋੜ ਤਾਂ ਉਹਦੀ ਵੀ ਹੁੰਦੀ ਹੈ, ਪਰ ਹੁਣ ਇਸ ਵੇਲੇ ਧਨ ਅਤੇ ਤਨ ਨਾਲੋਂ ਜੇ ਮਨ ਦੇ ਦਿਓ ਨਾ ਤਾਂ ਫੇਰ ਗੱਲ ਬਣ ਗਈ। ਮਨ ਦੇ ਦੇ, ਕਹਿ ਦਿਓ ਰਿਸ਼ੀ ਜੀ ਨੂੰ ਜਾ ਕੇ ਵੀ ਮਨ ਦਿੱਤਾ, ਬਾਕੀ ਹੋਰ ਕੋਈ ਚੀਜ਼ ਨਹੀਂ ਤੁਸੀਂ ਦੇ ਸਕਦੇ। ਰਾਜਾ ਜਨਕ ਜੀ ਵਾਪਸ ਆ ਗਏ। ਸਭਾ ਦੇ ਵਿੱਚ ਆ ਕੇ ਰਿਸ਼ੀ ਅਸ਼ਟਾਵਕਰ ਨੂੰ ਕਹਿਣ ਲੱਗੇ, ਕਹਿੰਦੇ ਮਹਾਤਮਾ ਜੀ ਮੈਂ ਨਿਰਣਾ ਕਰ ਲਿਆ ਵੀ ਮੈਂ ਤੁਹਾਨੂੰ ਆਪਣਾ ਮਨ ਭੇਟਾ ਕਰਦਾ, ਮਨ ਦਿੰਦਾ ਮੈਂ ਤੁਹਾਨੂੰ। ਕਹਿੰਦੇ ਰਾਜਾ ਜੀ ਇੱਕ ਵਾਰੀ ਫੇਰ ਵਿਚਾਰ ਕਰ ਲਓ, ਵਿਚਾਰ ਕਰ ਲਓ ਫੇਰ। ਕਹਿੰਦੇ ਨਾ ਜੀ ਕਰ ਲਈ ਵਿਚਾਰ, ਬਸ ਕਰ ਲਈ ਵਿਚਾਰ, ਮਨ ਦੇਤਾ ਤੁਹਾਨੂੰ ਮੈਂ। ਮਨ ਮਨ ਦਾ ਹੀ ਤਾਂ ਰੌਲਾ ਹੈ ਸਾਰਾ ਜੀ। ਬਾਣੀ ਨਹੀਂ ਪੜ੍ਹਦੇ, ਮਨ ਨਹੀਂ ਕਰਦਾ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਮਨ ਨਹੀਂ ਕਰਦਾ, ਸਿਮਰਨ ਨਹੀਂ ਕਰਦੇ, ਮਨ ਨਹੀਂ, ਮਨ ਦਾ ਹੀ ਤਾਂ ਪੁਆੜਾ ਜੀ ਸਾਰਾ। ਮਹਾਰਾਜ ਕਹਿੰਦੇ ਮਨ ਜੀਤੇ ਜਗ ਜੀਤ, ਮਨ ਨੂੰ ਜਿੱਤਣਾ। ਕਹਿੰਦਾ ਜੀ ਮਨ ਭੇਟ ਕਰਤਾ ਮੈਂ। ਕਹਿੰਦੇ ਰਾਜਨ ਹੁਣ ਇਸ ਗੱਲ ਤੇ ਪੱਕਾ ਹੈ, ਚੁਲੀ ਛੱਡਦਾ? ਕਹਿੰਦਾ ਹਾਂ ਚੁਲੀ ਛੱਡਦਾ ਵੀ ਮੈਂ ਮਨ ਦੇ ਦਿੱਤਾ। ਕਹਿੰਦੇ ਚੰਗਾ, ਫਿਰ ਚੰਗਾ, ਤੇਰੀ ਭੇਟਾ ਸਾਨੂੰ ਮਨਜ਼ੂਰ ਹੈ। ਲਿਆ ਘੋੜਾ, ਘੋੜਾ ਲੈ ਆਂਦਾ, ਰਕਾਬ 'ਚ ਪੈਰ ਰੱਖ ਲਿਆ। ਕਹਿੰਦੇ ਰਾਜਨ ਹੁਣ ਤੇਰਾ ਮਨ ਸਾਡੇ ਕੋਲ ਹੈ, ਪਤਾ ਤੈਨੂੰ? ਕਹਿੰਦਾ ਹਾਂ। ਕਹਿੰਦੇ ਫਿਰ ਸਾਡਾ ਮਨ ਕਰਦਾ ਵੀ ਤੂੰ ਘੋੜੇ ਤੇ ਚੜ੍ਹਨਾ, ਸਾਡਾ ਮਨ ਕਹਿੰਦਾ ਵੀ ਤੂੰ ਘੋੜੇ ਤੇ ਨਹੀਂ ਚੜ੍ਹਨਾ।
ਹੁਣ ਰਾਜਾ ਕਿਵੇਂ ਚੜੇ ਘੋੜੇ ਤੇ? ਕਹਿੰਦਾ 7 ਬਚਨ। ਕਿਉਂ ਮਨ ਤਾਂ ਦੇਤਾ ਨਾ, ਇੱਛਾ ਤਾਂ ਮਨ ਵਿੱਚੋਂ ਉਪਜਣੀ ਹੈ। 7 ਬਚਨ। ਭਰੀ ਸਭਾ ਦੇ ਵਿੱਚ ਰਿਸ਼ੀ ਅਸ਼ਟਾਵਕਰ ਜੀ ਕਹਿਣ ਲੱਗੇ, ਸਾਡਾ ਮਨ ਕਰਦਾ ਹੈ ਰਾਜਨ ਬਈ ਤੇਰੇ ਸਰੀਰ ਦੇ ਜਿਹੜੇ ਨੇ ਵਸਤਰ ਉਤਾਰ ਦਿੱਤੇ ਜਾਣ। ਓਏ ਹੋਏ, ਰਾਜਾ ਜਨਕ ਦੇ ਇੱਕਦਮ ਅੰਦਰ ਸੱਟ ਵੱਜੀ ਵੀ ਗੱਲ ਤਾਂ ਸਾਰੀ ਮਨ ਦੀ ਹੈ, ਇਹ ਮਨ ਹੀ ਮਾੜੇ ਪਾਸੇ ਲਿਜਾਂਦਾ ਹੈ, ਮਨ ਹੀ ਭਰਮਾਉਂਦਾ ਹੈ। ਜਦ ਮਨ ਗੁਰੂ ਨੂੰ ਦੇ ਦਿੱਤਾ, ਫਿਰ ਗੁਰੂ ਆਪਣੇ ਹੁਕਮ ਦੇ ਵਿੱਚ ਜਦੋਂ ਮਨ ਨੂੰ ਚਲਾਵੇ ਤੇ ਫਿਰ ਸਿੱਖ ਦੀ ਮਰਜ਼ੀ ਰਹਿੰਦੀ ਕੋਈ ਨਹੀਂ ਪਿੱਛੇ। ਮਹਾਰਾਜ ਸੁਖਮਨੀ ਸਾਹਿਬ ਜੀ ਕੀ ਕਹਿੰਦੇ? ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਆਜੀ ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਮਨ ਵੇਚੈ ਸਤਿਗੁਰ ਕੈ ਪਾਸ। ਮਨ ਵੇਚੈ ਸਤਿਗੁਰ ਕੈ ਪਾਸ। ਮਨ ਵਿੱਚ ਹੈ 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 ਸਤਿਗੁਰ ਕੈ ਪਾਸ। ਸੇਵਕ ਕੇ ਕਾਰਜ ਰਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ, ਵੇਚੇ ਸਤਿਗੁਰ ਪਾਸ। ਜੇ ਕੋਈ ਵੇਚੇ ਜੇ ਮਨ ਵੇਚੇ। ਰਾਜਾ ਜਨਕ ਜੀ ਨੂੰ ਉਸ ਵੇਲੇ ਰਿਸ਼ੀ ਅਸ਼ਟਾਵਕਰ ਨੇ ਇਹ ਗਿਆਨ ਕਰਾ ਦਿੱਤਾ ਵੀ ਧਰਮ ਦੇ ਮਾਰਗ ਤੋਂ ਡਲਾਉਣ ਵਾਲਾ ਵੀ ਇਹ ਮਨ ਹੈ ਤੇ ਮਾੜੇ ਕਰਮ ਕਰਾਉਣ ਵਾਲਾ ਵੀ ਇਹ ਮਨ ਹੈ। ਜਦ ਮਨ ਦੇ ਉੱਤੇ ਗੁਰੂ ਦਾ ਕੰਟਰੋਲ ਹੋ ਜਾਏ, ਗੁਰੂ ਦੇ ਕਾਬੂ ਵਿੱਚ ਆ ਜਾਏ, ਇਹ ਮਨ ਗੁਰੂ ਨੂੰ ਭੇਟ ਕਰ ਦੇਵੇ ਸਿੱਖ, ਫਿਰ ਸਮਝੋ ਕਿਸੇ ਮੰਜ਼ਿਲ ਤੇ ਪੁੱਜ ਗਿਆ ਹੈ। ਪੂਰੇ ਗੁਰੂ ਦਾ ਮਿਲਾਪ ਜਦੋਂ ਹੋਵੇ ਤਾਂ ਭਰਮਾਂ ਦੇ ਲੈਣ ਪੜਦੇ, ਭਰਮ ਦਾ ਪੜਦਾ ਟੁੱਟ ਗਿਆ। ਅੱਧੀ ਅੱਧੀ ਪੜਿਓ ਸਾਰੇ। ਓਏ ਪੂਰੇ ਗੁਰੂ ਦਾ ਮਿਲਾਪ ਜਦੋਂ ਹੋਵੇ, ਭਰਮਾਂ ਦੇ ਲੈਣ ਪੜਦੇ। ਗੁਰੂ ਦਾ ਮਿਲਾਪ ਜਦੋਂ ਹੋਵੇ, ਭਰਮਾਂ ਦੇ ਲੈਣ ਪੜਦੇ। ਗੁਰੂ ਦਾ ਮਿਲਾਪ ਜਦੋਂ ਹੋਵੇ, ਭਰਮਾਂ ਦੇ ਲੈਣ ਪੜਦੇ। ਗੁਰੂ ਦਾ ਮਿਲਾਪ ਜਦ ਹੋਵੇ, ਭਰਮਾਂ ਦੇ ਲੈਣ ਪੜਦੇ। ਉਹ ਪੂਰੇ ਗੁਰੂ ਦਾ ਮਿਲਾਪ ਜਦੋਂ ਹੋਵੇ ਬਈ, ਭਰਮਾਂ ਦੇ ਲੈਣ ਪੜਦੇ। ਗੁਰੂ ਦਾ ਮਿਲਾਪ ਜਦੋਂ ਹੋਵੇ, ਭਰਮਾਂ ਦੇ ਲੈਣ ਪੜਦੇ। ਪੂਰੇ ਗੁਰੂ ਦਾ ਮਿਲਾਪ ਜਦ ਹੋਵੇ, ਭਰਮਾਂ ਦੇ ਲੈਣ ਪੜਦੇ। ਪੂਰੇ ਗੁਰੂ ਦਾ ਮਿਲਾਪ ਜਦ ਹੋਵੇ, ਭਰਮਾਂ ਦੇ ਲੈਣ ਪੜਦੇ।
ਰਿਸ਼ੀ ਅਸ਼ਟਾਵਕਰ ਦੇ ਚਰਨਾਂ ਤੇ ਸੀਸ ਰੱਖ ਕੇ ਰਾਜਾ ਜਨਕ ਕਹਿੰਦਾ, ਮਹਾਰਾਜ ਬਹੁਤ ਵੱਡੀ ਕਿਰਪਾ ਕੀਤੀ ਹੈ ਤੁਸੀਂ, ਇਸ ਮਨ ਦੇ ਬਾਰੇ ਮੈਨੂੰ ਤੁਸੀਂ ਗਿਆਨ ਕਰਾ ਦਿੱਤਾ। ਪਰ ਹੁਣ ਇੱਕ ਗੱਲ ਬੇਨਤੀ ਇਹ ਹੈ ਵੀ ਮੇਰਾ ਇੱਕ ਭਰਮ ਦਾ ਪਰਦਾ ਹੋਰ ਚੱਕ ਦਿਓ। ਕਹਿੰਦੇ, ਰਾਜਨਾ ਜੋ ਮਰਜੀ ਪੁੱਛ ਲੈ, ਹੁਣ ਜੋ ਮਰਜੀ ਦੱਸ ਕੀ ਗੱਲ ਹੈ। ਕਹਿੰਦਾ, ਮਹਾਰਾਜ ਇਹ ਸੱਚਾ ਹੈ ਜਾਂ ਉਹ ਸੱਚਾ ਹੈ? ਭਾਵ ਕੀ ਸੀ ਵੀ ਅੱਖਾਂ ਦੇ ਨਾਲ ਸੰਸਾਰ ਦਿਸ ਰਿਹਾ, ਇਹ ਵੀ ਸੱਚ ਪ੍ਰਤੀਤ ਹੋ ਰਿਹਾ, ਪਰ ਜੋ ਸੁਪਨੇ ਦੇ ਵਿੱਚ ਵੇਖਿਆ ਸੀ ਉਹ ਵੀ ਸੱਚ ਪ੍ਰਤੀਤ ਹੋ ਰਿਹਾ ਸੀ। ਵੀ ਹੁਣ ਇਹ ਸੱਚਾ ਹੈ ਜਾਂ ਉਹ ਸੱਚਾ ਹੈ? ਸੁਪਨਾ ਸੱਚਾ ਸੀ ਜਾਂ ਅੱਖਾਂ ਨਾਲ ਖੁੱਲੀਆਂ ਅੱਖਾਂ ਨਾਲ ਦਿਸਣ ਵਾਲਾ ਜਗਤ ਸੱਚਾ ਹੈ? ਤਾਂ ਰਿਸ਼ੀ ਅਸ਼ਟਾਵਕਰ ਜੀ ਕਹਿਣ ਲੱਗੇ, ਰਾਜਨਾ ਨਾ ਇਹ ਸੱਚਾ ਤੇ ਨਾ ਉਹ ਸੱਚਾ, ਦੋਨੋਂ ਹੀ ਝੂਠੇ ਹੈ। ਜਗਤ ਵੀ ਸੁਪਨਾ, ਤੇ ਸੁਪਨਾ ਜਿਹੜਾ ਅੱਖੀਆਂ ਬੰਦ ਕੀਤਿਆਂ ਆਉਂਦਾ ਹੈ ਉਹ ਉਨਾ ਕੁ ਚਿਰ ਚੱਲਦਾ ਜਿੰਨਾ ਚਿਰ ਨੀਂਦ ਵਿੱਚ ਹਾਂ, ਅੱਖਾਂ ਬੰਦ ਹਨ। ਜਦ ਅੱਖ ਖੁੱਲ੍ਹ ਜਾਂਦੀ ਹੈ ਫਿਰ ਸੁਪਨਾ ਟੁੱਟ ਜਾਂਦਾ ਹੈ, ਫਿਰ ਅਸਲੀਅਤ ਸਾਹਮਣੇ ਆ ਜਾਂਦੀ ਹੈ। ਤੇ ਦੂਜੇ ਪਾਸੇ ਅੱਖੀਆਂ ਖੁੱਲੀਆਂ ਦੇ ਨਾਲ ਜਿਹੜਾ ਸੁਪਨਾ ਚੱਲ ਰਿਹਾ ਹੈ, ਜਦ ਤੋਂ ਸੁਰਤ ਸੰਭਲਦੀ ਹੈ, ਇਹ ਉਨਾ ਚਿਰ ਚੱਲਦਾ ਰਹਿੰਦਾ ਹੈ ਜਿੰਨਾ ਚਿਰ ਅਖੀਰਲਾ ਸਵਾਸ ਨਹੀਂ ਆਉਂਦਾ। ਪਰ ਜਦ ਅੱਖ ਸਦਾ ਲਈ ਬੰਦ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਫਿਰ ਇਹ ਸੁਪਨਾ ਟੁੱਟ ਜਾਂਦਾ। ਫਿਰ ਪਤਾ ਲੱਗ ਜਾਂਦਾ ਵੀ ਅਸਲੀਅਤ ਤਾਂ ਕੁਝ ਹੋਰ ਸੀ, ਐਵੇਂ ਭਰਮ ਵਿੱਚੇ ਪਏ ਹੋਏ ਸੀ, ਐਵੇਂ ਮੇਰੀ ਮੇਰੀ ਕਰਕੇ ਆਪਣਾ ਆਪਣਾ ਸਮਝੀ ਗਏ ਸੰਸਾਰ ਨੂੰ। ਰਾਜਨਾ ਸੁਣ ਫਿਰ, ਇਹ ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਇਹ ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਇਹ ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਇਹ ਸੰਸਾਰ ਦਾ ਪਸਾਰਾ ਦਿਸ ਰਿਹਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਇਹ ਭੁਲੇਖਾ ਦੂਰ ਹੋ ਜਾਏ। ਇਹ ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਇਹ ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਖੇਡ ਹੈ ਸੁਪਨੇ ਦੀ, ਅੱਖੀਆਂ ਨਾਲ ਜੋ ਦਿਸੇ ਪਸਾਰਾ। ਇਹ ਸੰਸਾਰ ਦੀ ਖੇਡ ਜਿਹੜੀ ਦਿਸ ਰਹੀ ਹੈ, ਜੋ ਦਿਸੈ ਸੋ ਸਗਲ ਵਿਨਾਸ਼ਾ। ਜਿਉ ਬਹਾਦਰ ਕੀ ਸ਼ਾਈ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਕਿੰਨੇ ਬਚਨ ਆਉਂਦੇ ਨੇ। ਮਾਰ ਕਹਿੰਦੇ ਸਾਰਾ ਸੰਸਾਰ ਕੂੜ ਦੀ ਨਿਆਈ, ਝੂਠ ਦੀ ਨਿਆਈ, ਸੱਚ ਨਹੀਂ ਹੈ। ਐਵੇਂ ਭਰਮ ਦੇ ਵਿੱਚ ਪਏ ਹੋਏ, ਭੁਲੇਖੇ ਵਿੱਚ ਪਏ ਹੋਏ। ਤਾਂ ਸਾਧ ਸੰਗਤ ਜੀ, ਰਾਜਾ ਜਨਕ ਜੀ ਮਹਾਰਾਜ ਰਿਸ਼ੀ ਅਸ਼ਟਾਵਕਰ ਜੀ ਦੇ ਇਸ ਗਿਆਨ ਤੋਂ ਅੰਦਰੋਂ ਭਰਮ ਦੂਰ ਹੋ ਗਿਆ, ਭੁਲੇਖਾ ਦੂਰ ਹੋ ਗਿਆ, ਨਾਮ ਦੀ ਦਾਤ ਪ੍ਰਾਪਤ ਹੋਈ। ਫਿਰ ਐਸੀ ਅਵਸਥਾ ਬਣੀ
ਬਾਣੀ ਕਹਿੰਦੀ ਨਾ ਜੀ, ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀਕ ਗਾਠਰੀ ਵਾਧਾ। ਸਤਸੰਗ ਕਰੀ ਜਾਓ ਸਾਰੀ ਜ਼ਿੰਦਗੀ, ਬਚਨ ਸੁਣੀ ਜਾਓ ਸਾਰੀ ਜ਼ਿੰਦਗੀ, ਪਰ ਗੱਲ ਬਣਨੀ ਕਿੱਦਣ ਹੈ? ਜਿੱਦਣ ਕਮਾਈ ਕਰਨੀ ਸ਼ੁਰੂ ਕੀਤੀ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀਕ ਗਾਠਰੀ ਵਾਧਾ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕਾਂ ਨੇ। ਬਚਨ ਗੁਰੂ ਜੋ ਪੂਰੇ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਪੱਲੇ ਬੰਨਿਆ ਸੇਵਕ ਨੇ। ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਪੱਲੇ ਬੰਨਿਆ ਸੇਵਕ ਨੇ। ਪੱਲੇ ਬੰਨਿਆ ਸੇਵਕ ਨੇ। ਪੱਲੇ ਬੰਨਿਆ ਸੇਵਕ ਨੇ। ਪੱਲੇ ਸੇਵਕ ਨੇ। ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਬਚਨ ਗੁਰੂ ਜੋ ਪੂਰੇ ਕਹਿਆ ਪੱਲੇ ਬੰਨਿਆ ਸੇਵਕ ਨੇ। ਪੱਲੇ ਬੰਨਿਆ ਬਚਨ ਆਪਣੇ ਗੁਰੂ ਦਾ ਕਮਾਈ ਕਰਨੀ ਸ਼ੁਰੂ ਕੀਤੀ ਤੇ ਸਾਧ ਸਿੰਘ ਰਾਜਾ ਜਨਕ ਜੀ ਮਹਾਰਾਜ ਨੇ ਇਤਨੀ ਕਮਾਈ ਕੀਤੀ ਤੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜ ਵਿੱਚ ਰਹਿੰਦਿਆਂ ਹੋਇਆਂ ਫਿਰ ਵੀ ਉਦਾਸ ਅਵਸਥਾ, ਬੈਰਾਗ ਦੀ ਅਵਸਥਾ, ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਜਾਣੀ। ਪਰਮੇਸ਼ਰ ਪ੍ਰਾਇਣ ਹੋ ਕੇ ਆਪਣਾ ਜੀਵਨ ਇਤਨਾ ਵੱਡਾ ਦਰਜਾ, ਕਹਿੰਦੇ ਜੀ, ਕਹਿੰਦੇ ਜਦੋਂ ਦੇਵਤਿਆਂ ਦੀ ਵੀ ਸਭਾ ਲੱਗਦੀ ਤੇ ਰਾਜਾ ਜਨਕ ਜੀ ਨੂੰ ਉਸ ਸਭਾ ਦੇ ਵਿੱਚ ਵੀ ਸੱਦਿਆ ਜਾਂਦਾ। ਪਰਮੇਸ਼ਰ ਪ੍ਰਾਇਣ ਹੋ ਕੇ ਆਪਣੀ ਜ਼ਿੰਦਗੀ, ਆਪਣਾ ਜੀਵਨ ਜੀਵਿਆ ਤੇ ਸਾਧ ਸੰਗਤ ਸਭਾ ਲੱਗਦੀ ਦੇਵਤਿਆਂ ਦੀ ਤੇ ਰਾਜਾ ਜਨਕ ਜੀ ਨੂੰ ਵੀ ਉਸ ਸਭਾ ਦੇ ਵਿੱਚ ਆਮੰਤਰਿਤ ਕੀਤਾ। ਰਾਜਾ ਜੀ ਦੇਵਤਿਆਂ ਦੇ ਭਵਾਨ ਦੇ ਵਿੱਚ ਬੈਠ ਕੇ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜਿਸ ਵੇਲੇ ਜਮਾਂ ਦੀ ਪੁਰੀ ਅੱਗਿਓਂ ਰਾਜਾ ਜਨਕ ਜੀ ਦਾ ਭਵਾਨ ਲੰਘਣ ਲੱਗਿਆ, ਰਾਜਾ ਜਨਕ ਜੀ ਦੇ ਕੰਨੀ ਉਸ ਨਰਕ ਲੋਕ ਦੇ ਵਿੱਚ ਜਿਹੜੇ ਜੀਵ ਸੜ ਰਹੇ ਸੀ, ਕੀਤੇ ਕਰਮਾਂ ਦਾ ਫਲ ਪਾ ਰਹੇ ਸੀ, ਭੁਗਤ ਰਹੇ ਸੀ, ਉਹਨਾਂ ਦੀ ਹਾਏ ਪੁਕਾਰ, ਹਾਏ ਕੁਰਲਾਹਟ ਜਿਸ ਵੇਲੇ ਪੁੱਜੀ, ਰਾਜਾ ਜਨਕ ਜੀ ਨੇ ਭਵਾਨ ਰੋਕ ਲਿਆ। ਕਹਿੰਦੇ ਵੀ ਕੌਣ ਨੇ ਇਹ ਜਿਹੜੇ ਰੋ ਰਹੇ ਨੇ, ਬਿਲਕ ਰਹੇ ਨੇ, ਤੜਫ ਰਹੇ ਨੇ, ਹਾਏ ਹਾਏ ਕਰ ਰਹੇ ਨੇ? ਕਹਿੰਦੇ ਮਹਾਰਾਜ, ਇਹ ਉਹ ਲੋਕ ਨੇ ਜਿਨ੍ਹਾਂ ਨੇ ਮਾਨਸ ਦੇਹੀ ਪ੍ਰਾਪਤ ਕਰਕੇ ਭਜਨ ਸਿਮਰਨ ਨਹੀਂ ਕੀਤਾ, ਚੰਗੇ ਕਰਮ ਨਹੀਂ ਕੀਤੇ, ਨੇਕੀ ਨਹੀਂ ਕੀਤੀ, ਬੁਰੇ ਕੰਮ ਕੀਤੇ ਨੇ, ਪਾਪ ਕੀਤੇ ਨੇ, ਉਪੱਦਰ ਕੀਤੇ ਨੇ, ਤੇ ਇਹਨਾਂ ਨੂੰ ਹੁਣ ਇਹਨਾਂ ਦੀਆਂ ਸਜ਼ਾਵਾਂ ਮਿਲ ਰਹੀਆਂ ਨੇ। ਰਾਜਾ ਜੀ ਕਹਿੰਦੇ ਮੈਂ ਵੇਖਣਾ ਚਾਹੁੰਦਾ। ਰਾਜਾ ਜਨਕ ਜੀ ਜਿਸ ਵੇਲੇ ਨਰਕਾਂ ਦੇ ਦੁਆਰ ਤੇ ਜਾ ਕੇ ਦੇਖਦੇ ਨੇ, ਕਿਸੇ ਨੂੰ ਤੇਲ ਦੇ ਕੜਾਹੇ ਦੇ ਵਿੱਚ ਤਲਿਆ ਜਾ ਰਿਹਾ ਹੈ, ਕਿਸੇ ਨੂੰ ਤੱਤੇ ਥੰਮਾਂ ਦੇ ਨਾਲ ਜੱਫੇ ਪਵਾਏ ਜਾ ਰਹੇ ਨੇ, ਕਿਸੇ ਨੂੰ ਆਰੇ ਦੇ ਨਾਲ ਚੀਰਿਆ ਜਾ ਰਿਹਾ ਹੈ, ਕਿਸੇ ਨੂੰ ਕੰਡਿਆਂ ਦੇ ਉੱਤੇ ਲੰਮਿਆਂ ਪਾ ਕੇ ਡਾਂਗਾਂ ਦੇ ਨਾਲ ਕੁੱਟਿਆ ਜਾ ਰਿਹਾ ਹੈ। ਐਸੀਆਂ ਐਸੀਆਂ ਸਜ਼ਾਵਾਂ ਬਾਣੀ ਦੇ ਵਿੱਚ ਮਹਾਰਾਜ ਨੇ ਲਿਖਿਆ। ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਜੀ, ਪਾਪੀ ਫਲ ਕੀਤੀ ਦਾ ਪਾਉਂਦੇ ਕਰਦੇ ਹਾਏ ਹਾਏ ਜੀ, ਪਾਪੀ ਫਲ ਕੀਤੀ ਦਾ ਕਰਦੇ ਹਾਏ ਹਾਏ ਜੀ,
ਪਾਪੀ ਫਲ ਕੀਤੀ ਨਾ ਪਾਉਂਦੇ ਕਰਦੇ ਹਾਏ ਹਾਏ ਜੀ ਪਾਪੀ ਕਰਦੇ ਹਾਏ ਹਾਏ ਜੀ ਪਾਪੀ ਫਲ ਕੀਤੀ ਦਾ ਪਾਉਂਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਪਾਪੀ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਨੇ। ਰਾਜਾ ਜੀ ਨੇ ਜਿਸ ਵੇਲੇ ਦੇਖਿਆ, ਰਾਜਾ ਜਨਕ ਜੀ ਨੂੰ ਦੇਖ ਕੇ ਤਰਸ ਆ ਗਿਆ। ਰਾਜਾ ਜਨਕ ਜੀ ਕਹਿੰਦੇ ਵੀ ਠੀਕ ਹੈ, ਇਹਨਾਂ ਨੇ ਸਮਾਂ ਆਪਣਾ ਗਵਾ ਲਿਆ, ਬਹੁਤ ਕੁਕਰਮ ਕੀਤੇ, ਮਾੜੇ ਕਰਮਾਂ ਕਰਕੇ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ, ਪਰ ਕਹਿੰਦੇ ਇਹਨਾਂ ਦਾ ਭਲਾ ਹੋ ਸਕਦਾ। ਕਹਿੰਦੇ ਇਹ ਤਾਂ ਜੀ ਧਰਮ ਰਾਜਾ ਹੀ ਦੱਸ ਸਕਦਾ ਹੈ। ਕਹਿੰਦੇ ਧਰਮ ਰਾਜਾ ਜੀ ਨੂੰ ਸੱਦ ਲਿਆ ਉਸ ਵੇਲੇ ਉੱਥੇ। ਕਹਿੰਦੇ ਧਰਮ ਰਾਜਾ ਜੀ, ਇਹਨਾਂ ਜੀਵਾਂ ਨੂੰ ਛੱਡ ਦਿਓ, ਬਹੁਤ ਫਸੇ ਹੋਏ, ਰੋ ਰਹੇ, ਬਿਲਕ ਰਹੇ, ਸਾਥੋਂ ਦੇਖੇ ਨਹੀਂ ਜਾ ਰਹੇ, ਝੱਲੇ ਨਹੀਂ ਜਾ ਰਹੇ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਧਾਰਨਾ ਪੜ੍ਹਦੇ ਹੁੰਦੇ ਸੀ, ਜੀ ਕਰਦੇ ਬੰਦ ਖਲਾਸੀ ਸਭਨਾ ਜੀਆਂ ਦੀ, 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 ਬੰਦ ਖਲਾਸੀ ਸਭਨਾ ਜੀਆਂ ਦੀ, ਕਰਦੇ ਬੰਦ ਖਲਾਸੀ ਸਭਨਾ ਜੀਆਂ ਦੀ। ਭਾਈ ਗੁਰਦਾਸ ਜੀ ਲਿਖਦੇ ਨੇ, ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਨ ਜੀ, ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਰਾਜਾ ਜੀ ਕਹਿੰਦੇ ਧਰਮ ਰਾਜੇ ਨੂੰ, ਕਹਿੰਦੇ ਇਹਨਾਂ ਦੀ ਬੰਦ ਖਲਾਸੀ ਕਰਦੇ, ਛੱਡਦੇ, ਇਹਨਾਂ ਨੂੰ ਕਿਉਂ ਦੁੱਖ ਦਿੰਨਾ। ਕਹਿੰਦੇ ਅੱਗਿਓਂ ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕੁਰ ਅਬਨਾਸੀ। ਧਰਮ ਰਾਜਾ ਬੇਨਤੀ ਕਰਦਾ, ਕਹਿੰਦਾ ਮਹਾਰਾਜ ਇਹਨਾਂ ਨੂੰ ਮੈਂ ਆਪਣੀ ਮਰਜ਼ੀ ਨਾਲ ਤਾਂ ਸਜ਼ਾ ਨਹੀਂ ਦੇ ਰਿਹਾ, ਮੇਰੇ ਤਾਂ ਬਸ ਨਹੀਂ ਕੁਛ ਵੀ, ਮੈਂ ਤਾਂ ਉਸ ਅਬਨਾਸੀ ਠਾਕੁਰ ਦਾ ਸੇਵਕ ਹਾਂ, ਮੈਂ ਤਾਂ ਸੇਵਕ ਹਾਂ, ਮੈਂ ਤਾਂ ਉਸ ਦੇ ਹੁਕਮ ਦੇ ਵਿੱਚ ਜੋ ਉਹਨੇ ਸਜ਼ਾਵਾਂ ਨਿਰਧਾਰਿਤ ਕੀਤੀਆਂ ਹੋਈਆਂ ਨੇ, ਉਹੀ ਸਜ਼ਾ ਜਿੱਦਾਂ ਜਿੱਦਾਂ ਦਾ ਕਿਸੇ ਨੇ ਕਰਮ ਕੀਤਾ ਉੱਦਾਂ ਦੀ ਸਜ਼ਾ ਦੇ ਰਿਹਾ, ਮੇਰੇ ਤਾਂ ਬਸ ਨਹੀਂ ਕੋਈ। ਕਹਿੰਦੇ ਰਾਜਨਾ ਕੋਈ 10 ਤਰੀਕਾ ਜਿਹੜਾ ਇਹਨਾਂ ਦਾ ਛੁਟਕਾਰਾ ਹੋ ਜਾਏ, ਕੋਈ ਤਰੀਕਾ। ਕਹਿੰਦੇ ਮਹਾਰਾਜ ਇੱਕ ਤਰੀਕਾ ਹੈਗਾ। ਕਿਹੜਾ? ਕਹਿੰਦੇ ਜੇ ਕੋਈ ਇਹਨਾਂ ਦੇ ਬਦਲੇ ਕੋਈ ਐਸਾ ਕਰਮ ਧਰਮ ਕਰ ਦੇਵੇ ਜਿਹਦਾ ਫਲ ਇਹਨਾਂ ਨੂੰ ਮਿਲ ਜਾਵੇ, ਉਸ ਕਰਮ ਧਰਮ ਦੇ ਬਦਲੇ, ਦਾਨ ਦੇ ਬਦਲੇ, ਪੁੰਨ ਦੇ ਬਦਲੇ ਇਹਨਾਂ ਨੂੰ ਸੁੱਖ ਮਿਲ ਸਕਦਾ, ਇਹਨਾਂ ਨੂੰ ਸੁੱਖ ਮਿਲ ਸਕਦਾ। ਹੁਣ ਰਾਜਾ ਜੀ ਤਾਂ ਬ੍ਰਹਮ ਗਿਆਨੀ ਸੀਗੇ, ਰਾਜਾ ਜਨਕ ਜੀ ਮਹਾਰਾਜ, ਉਹ ਜਾਣਦੇ ਸੀ ਵੀ ਸਾਰਿਆਂ ਦਾਨਾਂ ਪੁੰਨਾਂ ਤੋਂ ਉੱਪਰ ਹੈ ਪਰਮੇਸ਼ਰ ਦਾ ਨਾਮ। ਕਹਿੰਦੇ ਚੰਗਾ ਐ ਧਰਮ ਰਾਜਾ ਜੀ, ਤੂੰ ਨਿਆਂ ਕਰੀ, ਹੁਣ ਫਿਰ ਅਸੀਂ ਕੁਛ ਆਪਣੇ ਵੱਲੋਂ ਦਿੰਨੇ ਆ, ਤੂੰ ਇਹਨਾਂ ਦੇ ਪਾਪਾਂ ਦੇ ਬਰੋਬਰ ਪੱਲੜਾ ਤਕੜੀ ਲਾ ਲੈ, ਇਹਨਾਂ ਦੇ ਜਿੰਨੇ ਕੁ ਪਾਪ ਉਹਦੇ ਬਰੋਬਰ ਤੁੱਲ ਜਾਣਗੇ, ਤੂੰ ਉਨੇ ਕੁ ਦਾ ਛੁਟਕਾਰਾ ਕਰ ਦੇ। ਕਹਿੰਦਾ ਮਹਾਰਾਜ ਇਹ ਗੱਲ ਠੀਕ ਹੈ, 7 ਬਚਨ। ਕਹਿੰਦੇ ਜੀ ਰਾਜਾ ਜਨਕ ਜੀ ਨੇ ਉਸ ਵੇਲੇ ਇੱਕ ਘੜੀ ਸਿਮਰਨ ਕੀਤਾ ਪਰਮੇਸ਼ਰ ਦੇ ਨਾਲ ਸੁਰਤ ਜੋੜ ਕਰ। ਸੁਰਤ ਤਾਂ ਬ੍ਰਹਮ ਗਿਆਨੀਆਂ ਦੀ ਸਦਾ ਹੀ ਜੁੜੀ ਰਹਿੰਦੀ ਹੈ, ਵਿਸ਼ੇਸ਼ ਕਰਕੇ ਇੱਕ ਘੜੀ ਦਾ ਸਿਮਰਨ, ਉਹਦਾ ਫਲ ਇੱਕ ਪੱਲੜੇ 'ਚ ਰੱਖਤਾ। ਲੈ ਬਈ ਹੁਣ ਨਰਕਾਂ ਦੇ ਜੀਵਾਂ ਦੇ ਜਿਹੜੇ ਪਾਪ ਕਰਮ ਨੇ ਉਹ ਪਾ ਦੂਏ ਪੱਲੜੇ 'ਚ। ਕਹਿੰਦੇ 18 ਦੇ 18 ਨਰਕਾਂ ਦੇ ਜੀਵ ਦੂਏ ਪੱਲੜੇ ਦੇ ਵਿੱਚ ਪਏ ਗਏ, ਪਰ ਕਹਿੰਦੇ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਪਾਸੰ ਪਾਪ ਨਾ ਪੁੱਜਨੀ,
ਕਹਿੰਦੇ ਜਿੰਨਾ ਵਜ਼ਨ ਪਰਮੇਸ਼ਰ ਦੇ ਇੱਕ ਘੜੀ ਨਾਮ ਜਪੇ ਦਾ ਸੀ, ਉਹਦਾ ਚੌਥਾ ਹਿੱਸਾ ਵੀ 18 ਨਰਕਾਂ ਦਾ ਭਾਰ ਨਾ ਹੋਇਆ। ਚੌਥਾ ਹਿੱਸਾ ਵੀ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ, ਇੱਕ ਕਿਣਕੇ ਨਾਮ ਦੇ ਨਾਲ ਕਰੋੜਾਂ ਦਾ ਉਧਾਰ। ਕਹਿੰਦੇ ਪਾਸੰਗ ਪਾਪ ਨਾ ਪੁੱਜਣੀ, ਚੌਥਾ ਹਿੱਸਾ ਵੀ ਭਾਰ ਬਰੋਬਰ ਨਾ ਹੋਇਆ ਰਾਜਾ ਜਨਕ ਜੀ ਦੇ। ਮਹਾਰਾਜ ਧਾਰਨਾ ਪੜ੍ਹਦੇ ਹੁੰਦੇ ਸੀ, ਬਸ ਆਹ ਧਾਰਨਾ ਪੜ੍ਹ ਕੇ ਸਮਾਂ ਹੋ ਗਿਆ, ਸਮਾਪਤੀ ਕਰੀਏ। ਕੁੰਡ ਕਰਤੇ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ ਜੀ। ਕੁੰਡ ਕਰਤੇ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ। ਕਰਤੇ ਨਰਕ ਦੇ ਇੱਕ ਘੜੀ ਨਾਮ ਜਪ ਕੇ। ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ। ਕਰਤੇ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ। ਕਰਤੇ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ। ਕੁੰਡ ਕਰਤੇ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ। ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਨਾਮ ਨਹੀਂ ਤੁਲਿਆ, 18 ਦੇ 18 ਨਰਕ ਖਾਲੀ ਹੋ ਗਏ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ। ਛੁੱਟ ਗਏ ਨਰਕਾਂ ਦੇ ਜੀਵ ਸਾਰੇ, ਭਲਾ ਹੋ ਗਿਆ ਉਹਨਾਂ ਦਾ। ਮੁਕਤ ਯੁਕਤ ਨਾਮ ਹੈ ਕੀ ਦੱਸ। ਤੇ ਪ੍ਰਾਤਨ ਮਹਾਪੁਰਸ਼ੇ ਬਚਨ ਪੜ੍ਹਦੇ ਹੁੰਦੇ ਸੀ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਹਾਂ ਬਸ ਆ ਆਖਰੀ ਧਾਰਨਾ ਪੜ੍ਹ ਕੇ ਤੇ ਸਮਾਪਤੀ ਕਰ ਦਈਏ ਜੀ। ਜਿਨ ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਜਿਨ ਸਿਮਰਨ ਕੀਆ ਧੰਨ ਧੰਨ ਰਾਜਾ ਜਨਕ ਹੈ। ਜਿਨ ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਸਿਮਰਨ ਕੀਆ ਵਿਵੇਕ ਜੀ, ਧੰਨ ਧੰਨ ਰਾਜਾ ਜਨਕ ਹੈ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਸੋ ਇਸ ਪ੍ਰਕਾਰ ਨਾਮ ਦੀ ਮਹਿਮਾ ਬੇਅੰਤ ਹੈ। ਨਾਮ ਜਪਣ ਵਾਲਿਆਂ ਦੀ ਮਹਿਮਾ ਬੇਅੰਤ ਹੈ। ਸਾਧ ਸੰਗਤ, ਰਾਜਾ ਜਨਕ ਜੀ ਮਹਾਰਾਜ ਨੇ ਅਨੇਕਾਂ ਜੀਵਾਂ ਦਾ ਉਧਾਰ ਕਰ ਦਿੱਤਾ। ਤੋ ਆਓ ਅੱਜ ਦੀ ਇਤਨੀਕ ਸੇਵਾ ਸਮਾਂ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਕੱਲ ਸਵੇਰੇ ਅੰਮ੍ਰਿਤ ਵੇਲੇ ਫਿਰ ਸਿਮਰਨ, ਐਤਵਾਰ ਦਾ ਦਿਨ ਹੈ ਤੇ 5 ਤੋਂ 6 1 ਘੰਟਾ। ਪਿਛਲੇ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਜਿਵੇਂ ਅਭਿਆਸ ਕਰਨਾ ਚਾਹੀਦਾ ਹੈ ਜਗਿਆਸੂ ਨੂੰ, ਮੈਡੀਟੇਸ਼ਨ ਦੇ ਵਿੱਚ ਜਿਵੇਂ ਧਿਆਨ ਦੇ ਵਿੱਚ ਬੈਠਣਾ ਚਾਹੀਦਾ, ਉਵੇਂ ਚੌਂਕੜਾ ਲਾ ਕੇ ਤੇ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ। ਤੇ ਆਪ ਜੀ ਜ਼ਰੂਰ ਸਾਰੀ ਆਪ ਵੀ ਜੁੜੋ, ਹੋਰਨਾਂ ਨੂੰ ਵੀ ਜੁੜਨ ਦੀ ਪ੍ਰੇਰਨਾ ਦਿਓ। 1 ਘੰਟਾ ਜ਼ਰੂਰ, ਜੇ ਰੋਜ਼ 10-15 ਮਿੰਟ ਵੀ ਲੱਗ ਸਕਦੇ ਨੇ ਤੇ ਸਾਧ ਸੰਗਤ ਜੀ ਉਹਨੂੰ ਦੁਬਾਰਾ ਸੁਣ ਕੇ ਵੀ, ਕਿਉਂ YouTube ਦੇ ਉੱਤੇ ਹੀ ਰਹਿੰਦਾ ਹੈ ਉਹ ਸਾਰਾ ਜਿੰਨਾ ਵੀ ਅਪਲੋਡ ਕੀਤਾ ਹੁੰਦਾ ਮੈਟਰ। ਤੇ ਆਪ ਜੀ ਦੁਬਾਰਾ ਵੀ ਲਾ ਕੇ ਰੋਜ਼ ਭਾਵੇਂ 10 ਮਿੰਟ ਹੀ ਲਾ ਲਿਆ ਕਰੋ, ਸੁਰਤ ਟਿਕਣ ਲੱਗ ਜਾਏਗੀ। ਬਹੁਤ ਇੱਕ ਬਦਲਾਅ ਮਹਿਸੂਸ ਕਰੋਗੇ ਜੇ ਤੁਸੀਂ ਸਿਮਰਨ ਕਰਿਆ ਕਰੋਗੇ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਸਾਰੀ ਸੰਗਤ ਦਾ ਧੰਨਵਾਦ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।